क्योंकि ब्रह्मंड के मालक गुरु नानक देव महाराज जी का प्रकाश दिहाड़ा समुची लुकाई ने हिंदू मुसलमान सिख ईसाई। क्योंकि गुरु नानक ने उपदेश चौहों वर्णा को साझा धर्म का उपदेश दिता। हरेक ने गुरु नानक नूं अपना समझे अपना, क्योंकि वो पराए नहीं सन। ब्रह्मंड के मालक गुरु नानक देव महाराज के गुण बेअंत है। गुरबाणी विच आपां बचन पढ़ते हैं ना, तेरे कवन कवन गुण कह कह गावां तू साहिब गुणी निधाना। महाराज तू गुणां दा खजाना, मैं किहड़े किहड़े गुण तेरे कह के कथन करा। क्योंकि जिथे गुणां दा अंत ही नहीं, बेअंत गुण होना, उत्थे गुणां दा याद रखियो कथन करना असंभव यानी औखा हो जाता। ते जिथे गुणां दा कथन करना औखा हुंदा, उत्थे सतगुरां दे चरनां च एक अरदास हुंदी आ कि महाराज तू अपनी वडियाई, अपनी उपमा, अपनी उस्तत आप ही करवा लवीं। मेरे विच इन्नी ताकत नहीं। दीना बंधु गुरु नानक देव महाराज, महाराज का 550 साला प्रकाश दिहाड़ा सिख जगत ने जिथे मनाया, उथे समुची लुकाई ने मनाया। हुण 552वां प्रकाश दिहाड़ा गुरु नानक देव महाराज का आ रहा। तो गुरु नानक देव महाराज जी की लड़ीवार जिहड़ी कथा, एक लड़ीवार कथा नानक प्रकाश, एक कवि संतोख सिंह जी की लिखत है। भाई बालेवाल साखी उहदे विचों कवि संतोख सिंह ने वारतक रूप दे विच पिया इतिहास जिहड़ा सी उहनूं छंदाबंदी दे विच लिख के सिख संगत दे भले लई, गुरु नानक दियां संगतां दे भले दे लई छंदाबंदी दे विच जिन्ने गुर इतिहासक स्थान ने जां कई पिंड आ जिन्हां नूं प्रेम आ गुरसिੱਖੀ नाल, ये गुरु नानक का इतिहास, गुरु नानक तो लैके 10वें पातशाह तक 10 गुरु साहिबानां का इतिहास कवि संतोख सिंह जी ने पिंगल के आधार पर 4 पोथियां नानक प्रकाश दियां लिखियां, 9 पोथियां 9 गुरु साहिबानां का इतिहास, एक पोथी दे विच 14वीं दे विच थोड़ा जिहा वेदांत का जिक्र किया। संप्रदावां दे विच पढ़ाउंदे आ। मेन मन्निया जांदा भी उहदे विच क्योंकि भाषा जिहड़ी आ भाषा कवि संतोख जी ने ब्रज भाषा, हिंदी भाषा, उर्दू, फारसी, गुरमुखी सारी भाषा का जिक्र किया। उहदे नाल ज्ञान विच वाधा हुंदा। नानक प्रकाश दियां 4 पोथियां जिहड़ा इतिहास है ना,
ਉਹ ਗੁਰ ਇਤਿਹਾਸਕ ਸਥਾਨਾਂ ਦੇ ਉੱਪਰ, ਗੁਰਧਾਮਾਂ ਦੇ ਉੱਪਰ ਗਿਆਨੀ ਲੋਕ ਸਤਿਕਾਰਯੋਗ ਉਹ ਕਥਾ ਕਰਦੇ ਆ। ਔਰ ਵਾਰਤਕ ਇਤਿਹਾਸ ਹੁੰਦਾ ਵੀ ਜਿਵੇਂ ਆਪਾਂ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਇੱਥੇ ਗਏ। ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਭਾਈ ਮਰਦਾਨਾ, ਭਾਈ ਵਾਲਾ, ਸਿੱਧੇ ਰੂਪ ਵਿੱਚ ਮੈਂ ਕਹਿ ਦੇਵਾਂ ਵਿਸਾਖੀਆਂ ਹੈ ਤੇ ਛੰਦਾਬੰਦੀ ਆ। ਜਿਹੜਾ ਇਤਿਹਾਸ ਆ ਉਹ ਵੀ ਸਾਖੀਆਂ ਦੇ ਰੂਪ ਵਿੱਚ ਹੀ ਆ, ਪਰ ਉਹ ਕਵਿਤਾ ਆ ਜਾਂਦੀ ਆ। ਕਵਿਤਾ ਉਸ ਇਤਿਹਾਸ ਨੂੰ ਪੜ੍ਹਨ ਦੇ ਲਈ ਉਸਤਾਦਾਂ ਦੀ ਲੋੜ ਹੈ। ਗੁਣੀ ਗਿਆਨੀ ਜਿਹੜੇ ਬੁੱਧੀ ਜੀਵ ਆ ਉਹਨਾਂ ਦੀ ਲੋੜ ਹੈ। ਜਿਹੜਾ ਵਾਰਤਕ ਇਤਿਹਾਸ ਹੈ ਇਹ ਕੋਈ ਵੀ ਪੜ੍ਹ ਸਕਦਾ, ਪੰਜਾਬੀ ਆਉਣੀ ਜ਼ਰੂਰੀ ਆ। ਇਹ ਸਾਰਾ ਇਤਿਹਾਸ ਜਿਹੜਾ, ਮੈਂ ਇੱਥੇ ਇੱਕ ਬੇਨਤੀ ਕਰਾਂ, ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਬਿਰਾਜਮਾਨ ਹੋ ਗਏ। ਗੁਰਤਾ ਗੱਦੀ ਦਾ ਟੀਕਾ, ਗੁਰਤਾ ਗੱਦੀ ਦਾ ਤਿਲਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੇ ਕੇ ਰਾਵੀ ਦਰਿਆ ਦੇ ਕੰਢੇ ਤੇ ਆਪ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਤੇ ਗੁਰਤਾ ਗੱਦੀ ਦੇ ਮਾਲਕ ਭਾਈ ਲਹਿਣਾ ਜਿਨ੍ਹਾਂ ਦਾ ਨਾਮ ਸੀ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਅੰਗਦ ਦੇਵ ਮਹਾਰਾਜ ਆਪਣੇ ਪਿਆਰੇ ਦੇ ਵਿਛੋੜੇ ਦੇ ਵਿੱਚ, ਵਿਛੋੜਾ ਝੱਲਿਆ ਨਾ ਜਾਂਦਾ, ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਸਾਰਾ ਦਿਨ ਵਿਰਾਗ ਦੀ ਮੂਰਤ ਬਣ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਕਿਸੇ ਅਗੰਮੀ ਅਵਸਥਾ ਦੇ ਵਿੱਚ ਬੈਠੇ ਰਹਿੰਦੇ। ਇੱਕ ਦਿਨ ਸਿੱਖ ਸੰਗਤਾਂ ਆਈਆਂ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਬਾਬਾ ਜੀਵਾ ਜੀ ਆਦਿਕ, ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਨਿਰੰਕਾਰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਲਾ ਕੇ ਬੈਠੇ ਰਹਿੰਦੇ ਹੋ। ਪਰ ਸਿੱਖ ਸੰਗਤਾਂ ਜਿਹੜੀਆਂ ਆਉਂਦੀਆਂ ਦੂਰ ਦੁਰਾਡਿਓਂ, ਖਡੂਰ ਸਾਹਿਬ ਦੀ ਧਰਤੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬੜੇ ਸਿਆਣੇ ਮੰਨੇ ਗਏ ਆ ਸਿੱਖ ਧਰਮ ਦੇ ਵਿੱਚ। ਉਹਨਾਂ ਨੇ ਬੇਨਤੀ ਕੀਤੀ, ਗੁਰੂ ਅੰਗਦ ਗੁਰੂ ਨਾਨਕ ਸਰੂਪ ਆਪ ਸਾਰਾ ਦਿਨ ਚੌਂਕੜਾ ਲਾ ਕੇ ਗੁਰੂ ਨਾਨਕ ਦੇ ਕਮਲ ਸਰੀਖੇ ਚਰਨਾਂ ਦਾ ਧਿਆਨ ਲਾ ਕੇ ਬਹਿੰਦੇ, ਪਰ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਆਉਂਦੀਆਂ, ਉਹਨਾਂ ਦੀ ਮਨਸ਼ਾ, ਉਹਨਾਂ ਦੇ ਮਨ ਦੀ ਇੱਛਾ ਇੱਕ ਅੰਦਰ ਕਸ਼ਿਸ਼ ਹੈ, ਖਿੱਚ ਹੈ। ਗੁਰੂ ਅੰਗਦ ਦੇਵ ਮਹਾਰਾਜ ਸੁਣੀ ਗਏ। ਮਹਾਰਾਜ ਉਹਨਾਂ ਦੀ ਖਿੱਚ ਆ ਵੀ ਆਪ ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਸੁਣਾਵੋ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਕਲਯੁਗੀ ਜੀਵਾਂ ਦਾ ਉਧਾਰ ਹੋਵੇ। ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰਤਾ ਗੱਦੀ ਤੇ ਬਿਰਾਜਮਾਨ ਤੁਸੀਂ ਹੋ, ਗੁਰੂ ਨਾਨਕ ਸਰੂਪ ਤੁਸੀਂ ਹੋ। ਨਿਰੰਕਾਰ ਦਾ ਉਪਦੇਸ਼, ਵਾਹਿਗੁਰੂ ਦੇ ਨਾਮ ਦਾ ਉਪਦੇਸ਼, ਅਕਾਲ ਦੀ ਬਾਣੀ ਦਾ ਉਪਦੇਸ਼ ਆਪ ਜੀ ਦੇ ਮੁਖ ਤੋਂ ਸੰਗਤਾਂ ਸੁਣਨਾ ਚਾਹੁੰਦੀਆਂ ਨੇ। ਗੁਰੂ ਅੰਗਦ ਦੇਵ ਮਹਾਰਾਜ ਥੋੜਾ ਜਿਹਾ ਮੁਸਕਰਾਏ, ਬਾਬਾ ਬੁੱਢਾ ਜੀ ਨੂੰ ਮੁਸਕਰਾ ਕੇ ਕਹਿਣ ਲੱਗੇ, ਬ੍ਰਹਮ ਗਿਆਨੀ
ਤਤ ਬੇਤੇ ਮਹਾਂਪੁਰਖੋ। ਬਾਬਾ ਬੁੱਢਾ ਜੀ, ਮੈਂ ਆਪਣੇ ਪਿਆਰੇ ਦੀ ਯਾਦ ਵਿੱਚ ਇੰਨਾ ਭਿੱਜਿਆ, ਜਿਸ ਵੇਲੇ ਪਿਆਰੇ ਦੀ ਯਾਦ ਵਿੱਚ ਭਿੱਜ ਜਾਣਾ ਮੈਨੂੰ ਤਾਂ ਕੁਛ ਯਾਦ ਹੀ ਨਹੀਂ ਰਹਿੰਦਾ। ਗੁਰੂ ਨਾਨਕ ਨਿਰਗੁਣ ਸਰੂਪ ਹੈ। ਗੁਰੂ ਨਾਨਕ ਨਿਰਗੁਣ ਸਰੂਪ ਦੇ ਚਰਨਾਂ ਦਾ ਧਿਆਨ ਸਰਗੁਣ ਰੂਪ ਦੇ ਵਿੱਚ ਵੀ ਮੈਂ ਦਰਸ਼ਨ ਕਰਦਾ ਰਹਿਣਾ, ਕਿਉਂਕਿ ਜਿਹੜਾ ਹੈ ਹੀ ਗੁਰੂ ਨਾਨਕ ਦਾ ਰੂਪ ਹੈ ਉਹ ਸਰਗੁਣ ਰੂਪ ਵਿੱਚ ਵੀ ਸਾਹਮਣੇ ਦਰਸ਼ਨ ਕਰਦਾ ਹੈ। ਇਤਿਹਾਸ ਇਹਨਾਂ ਗੱਲਾਂ ਦੀ ਗਵਾਹੀ ਭਰਦਾ ਹੈ। ਜਦੋਂ ਬ੍ਰਹਮ ਗਿਆਨੀ ਬਾਬਾ ਮੋਹਨ ਜੀ ਨੇ ਪੋਥੀਆਂ ਨਹੀਂ ਨਾ ਦਿੱਤੀਆਂ ਸੀ, ਬਾਬਾ ਬੁੱਢਾ ਜੀ ਨੂੰ ਮੋੜਿਆ, ਭਾਈ ਗੁਰਦਾਸ ਜੀ ਨੂੰ ਮੋੜਿਆ, ਫਿਰ ਗੁਰੂ ਅਰਜਨ ਦੇਵ ਮਹਾਰਾਜ ਗਏ ਗੋਇੰਦਵਾਲ ਸਾਹਿਬ। ਜਿਸ ਵੇਲੇ ਬਾਉਲੀ ਸਾਹਿਬ ਥੱਲੇ ਇਸ਼ਨਾਨ ਪਾਣੀ ਕਰਕੇ ਉੱਪਰ ਆਉਣ ਲੱਗੇ ਤੇ ਬਾਉਲੀ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਰਸ਼ਨ ਦਿੱਤੇ ਸਨ। ਸਰਗੁਣ ਰੂਪ ਦੇ ਵਿੱਚ ਸਾਰੀ ਗੱਲ ਸਮਝਾਈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੋਤਾ ਜੀ ਸਨ। ਦੋਤਾ ਜੀ, ਮੇਰਾ ਪੁੱਤਰ ਬਾਬਾ ਮੋਹਨ ਜੀ ਤੁਹਾਨੂੰ ਬਹੁਤ ਕੁਝ ਕਹੇਗਾ, ਮੰਦਾ ਬੋਲੇਗਾ, ਭੈੜਾ ਬੋਲੇਗਾ, ਅੱਪ ਬੋਲ ਬੋਲੇਗਾ, ਪਰ ਤੁਸੀਂ ਨਿਮਰਤਾ ਚ ਰਹਿਣਾ। ਇਹਦਾ ਮਤਲਬ ਗੁਰੂ ਸਾਹਿਬਾਨ ਜਿੱਥੇ ਪੰਜਵੇਂ ਸਰੂਪ ਹੈ ਉੱਥੇ ਤੀਸਰਾ ਸਰੂਪ ਗੁਰੂ ਸਾਹਿਬ ਦੇ ਸਾਹਮਣੇ ਸਨਮੁਖ ਆਇਆ। ਨਿਰਗੁਣ ਹੀ ਸਰਗੁਣ ਹੋ ਰਿਹਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਕਿਰਪਾ ਕਰੋ, ਸਿੱਖ ਸੰਗਤਾਂ ਪੂਰੀ ਲੋਕਾਈ ਪੂਰਾ ਜਗਤ ਤਰਾਹ ਤਰਾਹ ਕਰ ਰਿਹਾ, ਬਬੀਏ ਦੀ ਤਰ੍ਹਾਂ ਪ੍ਰਯੋਗ ਕਰ ਰਿਹਾ ਵੀ ਕਿਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਮੁਖ ਤੋਂ ਅੰਮ੍ਰਿਤ ਰੂਪੀ ਬੂੰਦ ਉਚਾਰਨ ਕਰਨ ਤੇ ਅਸੀਂ ਉਹ ਅੰਮ੍ਰਿਤ ਰੂਪੀ ਬੂੰਦ ਨੂੰ ਮੁਖ ਵਿੱਚ ਪਾ ਕੇ ਤ੍ਰਿਪਤ ਹੋ ਜਾਈਏ। ਰਹਿਮਤ ਕਰੋ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਦੇਖ ਬਾਬਾ ਜੀ, ਜੇ ਬਚਨ ਹੀ ਆਪਾਂ ਕਰਨੇ ਆ ਤੇ ਜੇ ਬਚਨ ਹੀ ਸੁਣਨੇ ਆ ਤੇ ਜੇ ਬਚਨਾਂ ਦੀ ਸਾਂਝ ਹੀ ਕਰਨੀ ਆ, ਜੇ ਵਿਚਾਰ ਹੀ ਕਰਨੀ ਆ, ਜੇ ਰੱਬ ਦੀ ਗੱਲ ਕਰਨੀ ਆ, ਤੇ ਫਿਰ ਕਿਉਂ ਨਾ ਗੁਰੂ ਨਾਨਕ ਦੀ ਹੋਵੇ। ਕਹਿੰਦੇ ਕਿੱਦਾਂ? ਗੁਰੂ ਨਾਨਕ ਦਾ ਇਤਿਹਾਸ ਮੇਰੇ ਪੂਰੇ ਦੀ ਗੱਲ ਹੋਵੇ, ਗੁਰੂ ਨਾਨਕ ਦੀ ਹੋਵੇ, ਪਰ ਅਧੂਰੀ ਕਿਉਂ? ਇੱਥੇ ਨਿਮਰਤਾ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਦੀ। ਗੁਰੂ ਨਾਨਕ ਸੱਚਖੰਡ ਪਿਆਨਾ ਕਰ ਗਿਆ, ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਪਰ ਜੇ ਬਚਨ ਕਰਨੇ ਆ ਤਾਂ ਪੂਰੇ ਦੇ ਹੋਣ। ਜਾਣੀ ਇੱਥੋਂ ਤੱਕ ਇਹ ਵੀ ਨਹੀਂ ਕਿਹਾ ਵੀ ਅਸੀਂ ਸੁਣਾਉਣੇ ਆ। ਮੇਰੇ ਵਰਗਾ ਤਾਂ ਹੁਣ ਕਹਿੰਦਾ ਨਾ ਵੀ, ਕਿਉਂਕਿ ਹਰੇਕ ਬੰਦਾ ਸੁਣਾਉਣ ਨੂੰ ਕਾਹਲਾ, ਸੁਣਨ ਨੂੰ ਕੋਈ ਨਹੀਂ। ਯਾਦ ਰੱਖਿਓ, ਜਿੰਨਾ ਚਿਰ ਸੁਣਾਉਣ ਦੀ ਇੱਛਾ ਨਾ ਸੁਣਾਉਣ ਦੀ, ਉਹਨਾਂ ਚਿਰ ਸੁਣਨ ਦੀ ਇੱਛਾ ਨਹੀਂ ਹੋ ਸਕਦੀ। ਤੇ ਜਿੰਨਾ ਚਿਰ ਸੁਣਾਉਣ ਦੀ ਇੱਛਾ ਉਹਨਾਂ ਚਿਰ ਪਾਰ ਉਤਾਰਾ ਵੀ ਨਹੀਂ ਹੋ ਸਕਦਾ। ਇਹ ਗੱਲ ਬੜੀ ਗਹਿਰੀ ਆ। ਜਿਹਦੇ ਕੋਲ ਮਰਜ਼ੀ ਰੁਕ ਜੋ, ਹਰੇਕ ਕਹਿੰਦਾ ਮੈਂ ਸੁਣਾਵਾਂ ਕੁਝ, ਮੈਂ ਸੁਣਾਵਾਂ, ਮੈਂ ਸੁਣਾਵਾਂ। ਸੁਣਨਾ ਔਖਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਜਿਨ੍ਹਾਂ ਨੇ ਸੁਣ ਲਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਸੁਣਾਉਣਾ ਹੰਕਾਰ ਦਾ ਪ੍ਰਤੀਕ ਹੈ, ਸੁਣਨਾ ਨਿਮਰਤਾ ਦਾ ਪ੍ਰਤੀਕ ਹੈ। ਗੁਰੂ ਨੇ ਸੁਣਿਆ, ਜਿੱਥੇ ਸੁਣਿਆ ਉੱਥੇ ਸੁਣਾਇਆ ਵੀ। ਗੁਰੂ ਪਹਿਲਾਂ ਸੁਣਦਾ ਹੈ। ਭਰਿਆ ਭਾਂਡਾ ਹੋਵੇ ਤੇ ਗੁਰੂ ਤੋਰ ਦਿੰਦਾ ਵੀ ਮੈਂ ਕੀ ਪਾਵਾਂ ਇਹਦੇ ਵਿੱਚ, ਵੀ ਇਹ ਤਾਂ ਅੱਗੇ ਭਰਿਆ ਪਿਆ। ਜਿਸ ਵੇਲੇ ਭਾਂਡਾ ਖਾਲੀ ਹੋ ਜਾਂਦਾ, ਝੋਲੀ ਖਾਲੀ ਹੋ ਜਾਂਦੀ, ਆਪਾਂ ਗੁਰੂ ਕੋਲੇ ਜਾਂਦੇ ਆ, ਮਹਾਰਾਜ ਕੁਝ ਸੁਣਾ। ਫਿਰ ਗੁਰੂ ਸੁਣਾਉਂਦਾ ਹੈ।
ਭਾਂਡਾ ਭਰਦਾ ਹੈ ਗੁਰੂ ਦਾ ਉਪਦੇਸ਼। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪਾਸੋਂ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੇ ਬਚਨ ਹੀ ਕਰਨੇ ਆ, ਜੇ ਵਿਚਾਰ ਹੀ ਕਰਨੀ ਆ, ਤੇ ਫਿਰ ਗੁਰੂ ਨਾਨਕ ਦੀ ਕਿਉਂ ਨਾ ਹੋਵੇ। ਕਈ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਰਾਏ ਭੋਏ ਦੀ ਤਲਵੰਡੀ ਗੁਰੂ ਨਾਨਕ ਦਾ ਇਲਾਹੀ ਮਿੱਤਰ, ਇਲਾਹੀ ਯਾਰ, ਗੁਰੂ ਨਾਨਕ ਦਾ ਪਿਆਰਾ, ਗੁਰੂ ਨਾਨਕ ਦਾ ਸੰਗੀ ਭਾਈ ਬਾਲਾ ਹੈ। ਉਹਨਾਂ ਨੂੰ ਸਾਰੇ ਗੁਰੂ ਨਾਨਕ ਦੇ ਇਤਿਹਾਸ ਦਾ ਪਤਾ, ਕਿਉਂਕਿ ਹੱਡ ਬੀਤੀਆਂ। ਮਹਾਰਾਜ ਕਹਿੰਦੇ ਭਾਈ ਬਾਲੇ ਨੂੰ ਸੱਦੋ। ਪਿਆਰ ਵਾਲੇ ਗੁਰੂ ਕੇ ਸਿੱਖ ਖਡੂਰ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਗਏ। ਭਾਈ ਬਾਲੇ ਨੂੰ ਮਿਲੇ। ਭਾਈ ਬਾਲਾ ਬੜਾ ਖੁਸ਼ ਹੋਇਆ ਵੀ ਮੈਨੂੰ ਗੁਰੂ ਅੰਗਦ ਨੇ, ਮੰਨ ਲਓ ਗੁਰੂ ਨਾਨਕ ਨੇ ਯਾਦ ਕੀਤਾ। ਰਾਏ ਭੋਏ ਦੀ ਤਲਵੰਡੀ ਤੋਂ ਭਾਈ ਬਾਲਾ ਆਇਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ। ਮਹਾਰਾਜ ਦੇ ਚਰਨਾਂ ਤੇ ਢਹਿ ਢੇਰੀ। ਗੁਰੂ ਅੰਗਦ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਸਨ। ਭਾਈ ਸਾਹਿਬ, ਭਾਈ ਬਾਲਾ ਜੀ, ਤੁਸੀਂ ਮੇਰੇ ਪਿਆਰੇ, ਮੇਰੇ ਪ੍ਰੀਤਮ, ਮੇਰੇ ਗੁਰੂ ਨਾਨਕ ਨਿਰੰਕਾਰ ਦੇ ਨਾਲ ਰਹੇ ਹੋ। ਮੇਰਾ ਫਰਜ਼ ਬਣਦਾ ਕਿ ਤੁਹਾਡੇ ਚਰਨਾਂ ਤੇ ਨਕ ਮਸਤਕ ਮੈਂ ਹੋਵਾਂ, ਮੱਥਾ ਮੈਂ ਟੇਕਾਂ, ਨਮਸਕਾਰ ਮੈਂ ਕਰਾਂ। ਪਰ ਭਾਈ ਬਾਲਾ ਕਹਿਣ ਲੱਗਾ, ਨਹੀਂ, ਗੁਰੂ ਨਾਨਕ ਦੇ ਰੂਪ ਤੁਸੀਂ ਹੋ। ਉਹ ਜਾਗਦੀ ਜੋਤ ਜਿਹੜੀ ਆ ਤੁਹਾਡੇ ਚ ਆ ਕੇ ਟਿਕ ਗਈ। ਹੁਣ ਗੁਰੂ ਨਾਨਕ ਸਰੂਪ ਤੁਸੀਂ ਹੋ। ਸਾਡਾ ਫਰਜ਼ ਹੈ ਕਿ ਆਪ ਜੀ ਦੇ ਚਰਨਾਂ ਤੇ ਪਿਆਰ ਦੀਆਂ, ਭਾਵਨਾ ਦੀਆਂ, ਪ੍ਰੀਤੀ ਦੀਆਂ ਵਿਚਾਰਾਂ ਹੋਈਆਂ। ਇੱਕ ਦੋ ਦਿਨ ਪ੍ਰੇਮ ਦੇ ਵਿਚਾਰ, ਪ੍ਰੇਮ ਦੇ ਬਚਨ ਸਿੱਖ ਜਗਤ ਨੇ, ਕਿਉਂਕਿ ਜਿਹੜਾ ਸਿੱਖ ਉੱਥੇ ਆਉਂਦਾ ਸੀ, ਭਾਈ ਪਾਰੋ, ਭਾਈ ਜੁਲਕਾ, ਭਾਈ ਜੀਵਾ, ਬਾਬਾ ਬੁੱਢਾ ਜੀ, ਇਹ ਨਾਮ ਆਇਆ ਇਤਿਹਾਸ ਵਿੱਚ। ਭਾਈ ਬਾਲੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਬੇਨਤੀ ਕੀਤੀ। ਜਿਸ ਵੇਲੇ ਬੇਨਤੀ ਦੀ ਗੱਲ ਕੀਤੀ ਨਾ, ਭਾਈ ਬਾਲਾ ਕਹਿਣ ਲੱਗਾ, ਨਹੀਂ ਮਹਾਰਾਜ, ਆਪ ਜੀ ਦਾ ਹੁਕਮ ਚਾਹੀਦਾ। ਭਾਈ ਬਾਲੇ, ਗੁਰੂ ਨਾਨਕ ਦਾ ਇਤਿਹਾਸ ਸੁਣਾ। ਗੁਰੂ ਨਾਨਕ ਨੇ ਜਿਸ ਤਰ੍ਹਾਂ ਕਲਯੁਗੀ ਜੀਵਾਂ ਦਾ ਉਧਾਰ ਕੀਤਾ, ਬ੍ਰਹਿਮੰਡ ਦਾ ਮਾਲਕ ਸੀ। ਜਦੋਂ ਇੰਨੇ ਬਚਨ ਕਹੇ ਤੇ ਭਾਈ ਬਾਲੇ ਦੇ ਨੇਤਰਾਂ ਦੇ ਵਿੱਚੋਂ ਵੀ ਡੋਕ ਹੰਝੂ ਡਿੱਗੇ। ਪਿਆਰੇ ਦੀ ਯਾਦ ਆ ਗਈ, ਪ੍ਰੀਤਮ ਦੀ ਯਾਦ ਆ ਗਈ। ਭਾਈ ਬਾਲਾ ਠੰਡਾ ਜਿਹਾ ਹੌਂਕਾ ਭਰ ਕੇ ਕਹਿਣ ਲੱਗਾ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਦੀਆਂ ਗੁਰੂ ਨਾਨਕ ਹੀ ਜਾਣੇ। ਗੁਰੂ ਨਾਨਕ ਦੀ ਆਮ ਬੰਦਾ ਤੇ ਕੀ, ਕੋਈ ਦੇਵੀ ਦੇਵਤਾ, ਕੋਈ ਸਤਪੁਰਸ਼, ਕੋਈ ਮਹਾਪੁਰਖ, ਕੋਈ ਤਤ ਬਿਤਾ, ਕੋਈ ਪੀਰ ਪਕੰਬਰ ਅਵਤਾਰ, ਗੁਰੂ ਔਲੀਆ ਵੀ ਨਹੀਂ ਜਾਣ ਸਕਦਾ। ਗੁਰੂ ਨਾਨਕ ਦੀਆਂ ਗੁਰੂ ਨਾਨਕ ਜਾਣੇ। ਬਾਲਿਆ ਸਾਡੇ ਤੇ ਕਿਰਪਾ ਕਰ। ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਹੁਕਮ ਹੋਵੇ ਨਾ, ਸਾਨੂੰ ਤਲਵੰਡੀ ਭੇਜੋ। ਤਲਵੰਡੀ ਜਾ ਕੇ ਗੁਰੂ ਨਾਨਕ ਦੀ ਜਨਮ ਪੱਤਰੀ ਆ, ਉਹ ਪੱਤਰੀ ਜਨਮ ਪਈ ਆ, ਜਨਮ ਪੱਤਰੀ ਗੁਰੂ ਨਾਨਕ ਦੇ ਚਾਚਾ ਜੀ ਬਾਬਾ ਲਾਲੂ ਜੀ, ਉਹਨਾਂ ਦੇ ਗ੍ਰਹਿ ਵਿਖੇ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਤੁਸੀਂ ਚਲੇ ਜਾਵੋ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਦੇ ਨਾਲ ਭਾਈ ਲਾਲੂ ਪੰਨੂ ਨੂੰ ਭੇਜਿਆ। ਇਤਿਹਾਸ ਤੇ ਜੇ ਮੈਂ ਬਰੀਕੀ ਵਿੱਚ ਸੁਣਾਵਾਂ ਨਾ, ਬਰੀਕੀ ਤੋਂ ਅਰਥ ਕਵੀ ਸੰਤੋਖ ਸਿੰਘ ਨੇ ਕਦਮ ਦਰ ਕਦਮ, ਕਦਮ ਦਰ ਕਦਮ, ਕਦਮ ਦਰ ਕਦਮ, ਮੁੱਠੀ ਭਰ ਭਰ ਇਤਿਹਾਸ ਲਿਖਿਆ।
ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਬਾਲਾ ਤੇ ਭਾਈ ਲਾਲੂ ਪੰਨੂ ਜੀ ਤੁਰੇ ਆ ਨਾ, ਤੇ ਰਸਤੇ ਦੇ ਵਿੱਚ ਜੋ ਬਚਨ ਬਲਾਸ ਹੋਏ ਉਹ ਵੀ ਲਿਖਿਆ ਕਵੀ ਸਾਹਿਬ ਨੇ। ਬਾ ਕਮਾਲ ਰਚਨਾ ਸੀ ਕਵੀ ਸੰਤੋਖ ਸਿੰਘ ਦੀ, ਬਾ ਕਮਾਲ, ਬਾ ਕਮਾਲ। ਗੁਰੂ ਨਾਨਕ ਦੀ ਰਹਿਮਤ ਆ ਉਹਨਾਂ ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ। ਇੱਕ ਛੰਦ ਬਣਾਉਣਾ ਔਖਾ ਹੋ ਜਾਂਦਾ, ਇੱਕ ਕਵਿਤਾ ਬਣਾਉਣੀ ਔਖੀ ਹੋ ਜਾਂਦੀ। ਉਹਨਾਂ ਨੇ ਛੰਦਾਬੰਦੀ ਦੇ ਵਿੱਚ 14 ਪੋਥੀਆਂ ਲਿਖ ਦਿੱਤੀਆਂ। ਕੋਈ ਇਹ ਬਿਨਾਂ ਕਿਰਪਾ ਤੋਂ ਨਹੀਂ, ਬਿਨਾਂ ਰਹਿਮਤ ਬਖਸ਼ਿਸ਼ ਤੋਂ ਨਹੀਂ। ਤੁਰ ਪਏ ਭਾਈ ਬਾਲਾ ਤੇ ਭਾਈ ਪੰਨੂ ਜੀ। ਰਸਤੇ ਦੇ ਵਿੱਚ ਗੁਰੂ ਨਾਨਕ ਦੇ ਗੁਣ ਗਾਏ। ਰਾਏ ਭੋਏ ਦੀ ਤਲਵੰਡੀ ਪਹੁੰਚੇ, ਗੁਰੂ ਨਾਨਕ ਦੇਵ ਮਹਾਰਾਜ ਦੇ ਚਾਚਾ ਜੀ ਨੂੰ ਮਿਲੇ, ਬਾਬਾ ਲਾਲੂ ਜੀ ਸਤਿਕਾਰਯੋਗ। ਬਾਬਾ ਲਾਲੂ ਜੀ ਮਿਲੇ ਜਿਸ ਵੇਲੇ ਭਾਈ ਬਾਲਾ ਜੀ ਨੂੰ ਪਿਆਰ ਸਤਿਕਾਰ ਦੇ ਨਾਲ, ਪ੍ਰੇਮ ਦੇ ਨਾਲ ਬਾਬਾ ਲਾਲੂ ਜੀ ਨੇ ਪੁੱਛਿਆ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਕੌਣ ਆ? ਤੇ ਉਹਨਾਂ ਨੇ ਦੱਸਿਆ ਵੀ ਅੱਜ ਦੇ ਸਮੇਂ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹ ਬਿਰਾਜਮਾਨ ਆ ਖਡੂਰ ਸਾਹਿਬ ਦੀ ਧਰਤੀ ਤੇ। ਖਡੂਰ ਸਾਹਿਬ ਵੱਲ ਮੁੱਖ ਕਰਕੇ, ਜਾਣੀ ਚੜ੍ਹਦੇ ਵੱਲ ਮੁੱਖ ਕਰਕੇ ਬਾਬਾ ਲਾਲੂ ਜੀ ਨੇ ਮੱਥਾ ਟੇਕਿਆ, ਸਿਰ ਝੁਕਾਇਆ ਵੀ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਹੀ ਹੈ। ਭਾਈ ਬਾਲਾ ਜੀ ਹੁਕਮ, ਭਾਈ ਬਾਲਾ ਜੀ ਕਹਿਣ ਲੱਗੇ ਬਾਬਾ ਲਾਲੂ ਜੀ ਹੁਕਮ ਨਹੀਂ, ਬੇਨਤੀ ਆ, ਗੁਰੂ ਨਾਨਕ ਦੀ ਜਨਮ ਪੱਤਰੀ ਚਾਹੀਦੀ ਆ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਜਿਸ ਵੇਲੇ ਇਹ ਗੱਲ ਕਹੀ ਭਾਈ ਬਾਲਾ ਜੀ ਨੇ, ਭਾਈ ਬਾਲਾ ਜੀ ਦੇ ਪਾਸੋਂ ਸੁਣ ਕੇ ਬਾਬਾ ਲਾਲੂ ਜੀ ਕਹਿਣ ਲੱਗੇ, ਦੇਖੋ ਭਾਈ ਬਾਲਾ ਜੀ, ਤੁਹਾਨੂੰ ਵੀ ਪਤਾ ਗੁਰੂ ਨਾਨਕ ਦੇ ਪਿਤਾ ਜੀ ਪਟਵਾਰੀ ਸਨ, ਤੇ ਜਿਹੜਾ ਗੁਰੂ ਨਾਨਕ ਦੇ ਪਿਤਾ ਦਾ ਪੁਸਤਕਾਲਿਆ ਕਹਿੰਦੇ ਆ ਵੀ ਜਿੱਥੇ ਬਹੁਤ ਜ਼ਿਆਦਾ ਕਿਤਾਬਾਂ ਆਦਿਕ ਪਈਆਂ ਹੋਣ, ਅੱਜ ਲਾਇਬ੍ਰੇਰੀ ਕਹਿ ਦਿੰਦੇ ਤੁਹਾਡੀ ਭਾਸ਼ਾ ਵਿੱਚ, ਅੰਗਰੇਜ਼ੀ 'ਚ, ਸਾਡੀ ਭਾਸ਼ਾ 'ਚ ਪੁਸਤਕਾਲਿਆ ਕਹਿ ਦਿੰਦੇ ਆ। ਪੁਸਤਕਾਲਿਆ 'ਚ ਦੇਖ ਲਵੋ, ਮਿਲਣੀ ਚਾਹੀਦੀ ਆ। ਇਤਿਹਾਸ ਦੱਸਦਾ ਕਿ 5 ਦਿਨ ਲੱਗੇ ਪੋਥੀ ਲੱਭਣ ਦੇ ਵਿੱਚ। ਜਰਾ ਸੋਚੋ ਤਾਂ ਸਹੀ। ਗੁਰੂ ਨਾਨਕ ਦੇਵ ਮਹਾਰਾਜ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਦੇ ਪਿਤਾ ਜੀ ਦਾ ਆਮ ਜਿਹਾ ਕੰਮ ਹੋਵੇਗਾ। ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ ਦਾ 5 ਦਿਨ ਲੱਗੇ, ਕਿਤਾਬਾਂ ਫਰੋਲੀਆਂ, ਪੁਸਤਕਾਲਿਆ ਫਰੋਲੀ, ਫੇਰ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਪੱਤਰੀ ਹੱਥ ਵਿੱਚ ਲੱਗੀ। ਭਾਈ ਬਾਲੇ ਜੀ ਨੇ ਉਸ ਜਨਮ ਪੱਤਰੀ ਨੂੰ ਸੀਸ ਝੁਕਾਇਆ, ਕਿਉਂਕਿ ਗੁਰ ਇਤਿਹਾਸ ਸੀ। ਸਿਰ ਦੇ ਉੱਪਰ ਰੱਖੀ। ਬਾਬਾ ਲਾਲੂ ਜੀ ਨੂੰ ਮੱਥਾ ਟੇਕਿਆ। ਬਾਬਾ ਲਾਲੂ ਜੀ ਨੇ ਇਤਿਹਾਸ ਦੱਸਦਾ ਵੀ 1 ਰੁਪਈਆ ਤੇ 1 ਨਾਰੀਅਲ ਦੇ ਕੇ ਵੀ ਸਾਡੇ ਵੱਲੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ, ਕਿਉਂਕਿ ਸਾਡਾ ਹੁਣ ਸਰੀਰ ਬਜ਼ੁਰਗ ਹੋ ਗਿਆ, ਅਸੀਂ ਬੁਢੇਪੇ ਦੇ ਵਿੱਚ ਆ, ਤੁਰਨਾ ਫਿਰਨਾ ਔਖਾ, ਸਾਡੇ ਵੱਲੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੀਸ ਝੁਕਾਉਣਾ, ਮੱਥਾ ਟੇਕਣਾ। ਭਾਈ ਬਾਲਾ ਜੀ ਤੇ ਭਾਈ ਪੰਨੂ ਜੀ ਰਾਏ ਭੋਏ ਦੀ ਤਲਵੰਡੀ ਤੋਂ ਚੱਲੇ, ਖਡੂਰ ਸਾਹਿਬ ਆਏ, ਹਜੂਰ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਹਜੂਰ ਨੂੰ ਬੇਨਤੀ ਕੀਤੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜਿਹੜੀ ਜਨਮ ਪੱਤਰੀ ਸੀ ਉਹ ਮਿਲ ਗਈ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਅੰਗਦ ਦੇਵ ਮਹਾਰਾਜ 9 ਹੋ ਗਏ, ਖਿੜ ਗਏ, ਹਿਰਦਾ ਖਿੜ ਗਿਆ, ਮਨ ਖਿੜ ਗਿਆ।
ਚਿਹਰੇ ਤੇ ਨੂਰ ਵੱਧ ਗਿਆ, ਪ੍ਰਤਾਪ ਵਧੇ ਗਿਆ ਵੀ ਹੁਣ ਗੁਰੂ ਨਾਨਕ ਦੇ ਗੁਣ ਗਾਵਾਂਗੇ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਬ੍ਰਹਮ ਗਿਆਨੀ ਬਾਬਾ ਜੀਵਾ ਜੀ, ਬ੍ਰਹਮ ਗਿਆਨੀ ਬਾਬਾ ਪਾਰੋ ਜੁਲਕਾ ਜੀ ਆਦਿਕ ਜਿੰਨੇ ਵੀ ਸਿੱਖ ਸਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਣ ਲੱਗੇ। ਗੁਰੂ ਨਾਨਕ ਦੇ ਮਹਾਰਾਜ ਦੀ ਜਿਹੜੀ ਜਨਮ ਪੱਤਰੀ ਸੀ ਨਾ, ਜਨਮ ਪੱਤਰੀ ਇਤਿਹਾਸਕ ਪੋਥੀ, ਕਈ ਅੱਜ ਕਹਿੰਦੇ ਆ ਇਤਿਹਾਸਕ ਪੋਥੀ ਦਾ ਸਤਿਕਾਰ ਕਰਨ ਦਾ ਕੀ ਫਾਇਦਾ। ਇਹ ਗੱਲ, ਇਸ ਗੱਲ ਦੀ ਗਵਾਹੀ ਇਤਿਹਾਸ ਭਰਦਾ। ਜਿਸ ਵੇਲੇ ਉਹ ਜਨਮ ਪੱਤਰੀ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਲਈ, ਸਭ ਤੋਂ ਪਹਿਲਾਂ ਉਹ ਜਨਮ ਪੱਤਰੀ ਨੂੰ ਆਪਣੇ ਮੱਥੇ ਨਾਲ ਲਾਇਆ, ਛਾਤੀ ਨਾਲ ਲਾਇਆ, ਵਿਰਾਗ ਦੇ ਹੰਝੂ ਗਿਰ ਪਏ। ਫਿਰ ਉਹ ਜਨਮ ਪੱਤਰੀ ਨੂੰ ਬੜੇ ਸਤਿਕਾਰ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸੀਸ ਤੇ ਰੱਖਿਆ, ਆਪਣੇ ਸਿਰ ਤੇ ਰੱਖਿਆ। ਇਸ ਜਨਮ ਪੱਤਰੀ ਦੇ ਵਿੱਚ ਮੇਰੇ ਗੁਰੂ ਨਾਨਕ ਦਾ ਇਤਿਹਾਸ ਹੈ, ਮੇਰੇ ਪ੍ਰੀਤਮ ਪਿਆਰੇ ਦਾ ਇਤਿਹਾਸ ਹੈ। ਬ੍ਰਹਿਮੰਡ ਦੇ ਮਾਲਕ ਨਿਰੰਕਾਰ ਗੁਰੂ ਨਾਨਕ ਬ੍ਰਹਮ ਸਰੂਪ, ਉਹਨਾਂ ਦਾ ਇਤਿਹਾਸ ਹੈ। ਭਾਈ ਬਾਲਾ ਜੀ ਜਨਮ ਪੱਤਰੀ ਖੋਲੋ। ਜਦੋਂ ਜਨਮ ਪੱਤਰੀ ਖੋਲੀ ਤੇ ਉਹ ਜਨਮ ਪੱਤਰੀ ਸੰਸਕ੍ਰਿਤ ਵਿੱਚ ਸੀ। ਹੁਣ ਸੰਸਕ੍ਰਿਤ ਮਹਿੰਗੀ ਆ। ਮਹਾਰਾਜ ਜਨਮ ਪੱਤਰੀ ਸੰਸਕ੍ਰਿਤ ਵਿੱਚ ਆ। ਮਹਾਰਾਜ ਕਹਿੰਦੇ ਅੱਛਾ ਭਾਈ। ਇੱਕ ਮਹਿਮਾ ਖਹਿਰਾ ਜਾਤ ਦਾ ਜੱਟ ਸੀਗਾ, ਉੱਥੇ ਬੈਠਾ, ਸੁਲਤਾਨਪੁਰ ਦਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਜੇ ਆਪ ਜੀ ਦੀ ਬਖਸ਼ਿਸ਼ ਹੋਵੇ ਤੇ ਸੁਲਤਾਨਪੁਰ ਦੇ ਵਿੱਚ ਇੱਕ ਭਾਈ ਪੈੜਾ ਮੋਖਾ ਰਹਿੰਦਾ, ਜਿਹੜਾ ਸੰਸਕ੍ਰਿਤ ਵੀ ਜਾਣਦਾ ਤੇ ਗੁਰਮੁਖੀ ਵੀ ਜਾਣਦਾ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਉਹਨੂੰ ਸੱਦਿਆ ਜਾਵੇ, ਛੇਤੀ ਬੁਲਾ ਕੇ ਲਿਆਵੋ। ਭਾਈ ਮਹਿਮਾ ਖਹਿਰਾ ਗਿਆ, ਸੁਲਤਾਨਪੁਰ ਜਾ ਕੇ ਭਾਈ ਸਾਹਿਬ ਨੂੰ ਬੇਨਤੀ ਕੀਤੀ, ਤੇਰੇ ਵੱਡੇ ਭਾਗ, ਤੇਰੇ ਵੱਡੇ ਕਰਮ, ਤੇਰੇ ਕੋਈ ਪੂਰਬਲੇ ਕਰਮ ਚੰਗੇ ਕੀਤੇ ਆ ਪੈੜਿਆ, ਤੈਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਯਾਦ ਕੀਤਾ। ਚਾਹ ਚੜ ਗਿਆ ਭਾਈ ਪੈੜੇ ਨੂੰ, ਗੁਰੂ ਨਾਨਕ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਨੇ ਮੈਨੂੰ ਯਾਦ ਕੀਤਾ। ਹਾਂ ਤੇਰੇ ਕਰਮ ਵੱਡੇ ਆ, ਕੇਵਲ ਤੈਨੂੰ ਨਹੀਂ ਯਾਦ ਕੀਤਾ, ਤੇਰੇ ਤੋਂ ਗੁਰੂ ਨਾਨਕ ਦਾ ਇਤਿਹਾਸ ਲਿਖਵਾਉਣਾ। ਤੇਰੇ ਹੱਥ ਵੀ ਪਵਿੱਤਰ ਹੋ ਜਾਣਗੇ, ਤੇਰੇ ਨੇਤਰ ਵੀ ਪਵਿੱਤਰ ਹੋ ਜਾਣਗੇ, ਤੇਰਾ ਸਾਰਾ ਸਰੀਰ, ਤੇਰੀ ਕਾਇਆ ਪਵਿੱਤਰ ਹੋ ਜਾਣੀ ਹੈ। ਸੁਣ ਕੇ ਗਦਗਦ ਹੋ ਗਿਆ ਭਾਈ ਪੈੜਾ। ਉਸੇ ਵੇਲੇ ਘਰਦਿਆਂ ਨੂੰ ਬੁਲਾ ਕੇ ਫਤਿਹ ਵੀ ਮੈਂ ਚੱਲਿਆ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਹਜੂਰ ਦੇ ਚਰਨਾਂ ਤੇ ਨੱਕ ਮਸਤਕ ਹੋਇਆ। ਮਹਾਰਾਜ ਹੁਕਮ। ਹਜੂਰ ਕਹਿਣ ਲੱਗੇ ਭਾਈ ਤੇਰੇ ਤੇ ਗੁਰੂ ਨਾਨਕ ਦੀ ਵਿਸ਼ੇਸ਼ ਕਰਕੇ ਕਿਰਪਾ ਹੈ, ਤੇਰੇ ਤੇ ਬ੍ਰਹਿਮੰਡ ਦੇ ਮਾਲਕ ਨਿਰੰਕਾਰ ਦੀ ਕਿਰਪਾ। ਪਤਾ ਲੱਗਿਆ ਵੀ ਤੈਨੂੰ ਸੰਸਕ੍ਰਿਤ ਵੀ ਆਉਂਦੀ ਹੈ, ਤੈਨੂੰ ਗੁਰਮੁਖੀ ਵੀ ਆਉਂਦੀ ਹੈ, ਤੇ ਤੂੰ ਇਹ ਸੰਸਕ੍ਰਿਤ ਪੜ੍ਹ ਕੇ ਸਾਨੂੰ ਗੁਰਮੁਖੀ ਸੁਣਾ। ਦੇਖੋ ਨਿਮਰਤਾ ਗੁਰੂ ਅੰਗਦ ਦੇਵ ਮਹਾਰਾਜ ਦੀ। ਕੀ ਗੁਰੂ ਅੰਗਦ ਦੇਵ ਮਹਾਰਾਜ ਭਾਸ਼ਾ ਨਹੀਂ ਜਾਣਦੇ? ਉਹ ਤੇ ਭਾਸ਼ਾ ਨੂੰ ਬਣਾਉਣ ਵਾਲੇ ਆ। ਉਹ ਤੇ ਊੜਾ ਐੜਾ ਕੀ, ਆ ਤੁਹਾਡਾ ਅਲਫ ਆਦਿਕ ਕੀ, ਆ ਜੋ ਕਹਿ ਖੈ ਗੈ ਕੀ, ਇਹ ਵੀ ਸੀ, ਸਭ ਦੇ ਮਾਲਕ ਗੁਰੂ ਅੰਗਦ ਦੇਵ ਮਹਾਰਾਜ। ਪਰ ਇੱਕ ਨਿਮਰਤਾ, ਇੱਕ ਜੁਗਤੀ, ਇੱਕ ਤਰੀਕਾ, ਕਿਸੇ ਤਰੀਕੇ ਦੇ ਨਾਲ ਗੁਰੂ ਕੇ ਸਿੱਖ ਦਾ ਭਲਾ ਵੀ ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਕਰਵਾਉਣਾ ਨਾ। ਪੈੜਿਆ ਮਹਾਰਾਜ ਸਤ ਬਚਨ, ਤੂੰ ਸੰਸਕ੍ਰਿਤ ਸੁਣਾ। ਭਾਈ ਬਾਲਾ ਜੀ ਲਿਖਣਗੇ, ਭਾਈ ਪੈੜੇ ਨੇ ਸੰਸਕ੍ਰਿਤ ਨੂੰ ਗੁਰਮੁਖੀ ਦੇ ਵਿੱਚ ਉਚਾਰਨ ਕੀਤਾ ਤੇ ਭਾਈ ਬਾਲਾ ਜੀ ਨੇ ਲਿਖਿਆ। ਉਹ ਜਿਹੜੀ ਜਨਮ ਸਾਖੀ ਸੀ ਨਾ, ਹੁਣ ਭਾਈ ਬਾਲਾ ਜੀ ਦੀ ਜਨਮ ਸਾਖੀ ਤੋਂ ਜਿਹੜਾ ਸਾਰਾ ਇਤਿਹਾਸ ਛੰਦਾਬੰਦੀ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਦਰਜ ਕੀਤਾ। ਇੱਕ ਬੇਨਤੀ ਕਰਾਂ, ਇੱਕ ਸਰਵਣ ਦਰਸ਼ਨ, ਇੱਕ ਪ੍ਰਤੱਖ ਦਰਸ਼ਨ। ਸਰਵਣ ਦੀ ਵੀ ਉਨੀ ਮਹਾਨਤਾ ਜਿੰਨੀ ਪ੍ਰਤੱਖ ਦੀ ਆ। ਇੱਕ ਚਿੱਤਰ ਦਰਸ਼ਨ ਹੈ, ਇੱਕ ਸੁਪਨ ਦਰਸ਼ਨ ਹੈ।
ਭਾਈ ਬਾਲੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਰਹਿਮਤ ਕਰੋ, ਆਪ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਮੈਂ ਇਤਿਹਾਸ ਲਿਖ ਸਕਦਾ। ਇਹ ਵੀ ਇੱਕ ਨਿਮਰਤਾ। ਅਰਦਾਸ ਮੇਰੀ, ਕਿਰਪਾ ਤੇਰੀ, ਬਖਸ਼ਿਸ਼ ਤੇਰੀ। ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ, ਕੋਈ ਵੀ ਕਾਰਜ ਆਰੰਭ ਕਰਨ ਤੋਂ ਪ੍ਰਥਮ ਅਰਦਾਸ ਜ਼ਰੂਰੀ ਹੈ। ਅਰਦਾਸ ਮੇਰੀ ਹੈ। ਭਾਈ ਬਾਲੇ ਨੇ ਅਰਦਾਸ ਕੀਤੀ, ਭਾਈ ਪੈੜੇ ਨੇ ਅਰਦਾਸ ਕੀਤੀ। ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੇ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਬਾਲਿਆ, ਭਾਈ ਪੈੜੇ, ਇਹ ਗੁਰੂ ਨਾਨਕ ਦੀ ਸਿੱਖ ਸੰਗਤ ਤੁਹਾਡੇ ਹਮੇਸ਼ਾ ਚਿੱਤ ਦੇ ਵਿੱਚ ਨਿਰੰਕਾਰ ਗੁਰੂ ਨਾਨਕ ਵਸੇ। ਬਸ ਇੰਨੇ ਬਚਨ ਕਹਿਣ ਦੀ ਦੇਰ ਆ। ਗੁਰੂ ਬੋਲੇ, ਬਖਸ਼ਿਸ਼ ਤੇ ਹੋਣੀ ਹੈ। ਭਾਈ ਬਾਲੇ ਨੇ ਜਿਸ ਵੇਲੇ ਇਤਿਹਾਸ ਨੂੰ ਪੜ੍ਹਿਆ, ਵਾਹਿਗੁਰੂ ਭਾਈ ਪੈੜੇ ਨੇ, ਤੇ ਪੜ੍ਹ ਕੇ ਇਤਿਹਾਸ ਨੂੰ ਉਸ ਵੇਲੇ ਭਾਈ ਬਾਲੇ ਨੇ ਲਿਖਣਾ ਸ਼ੁਰੂ ਕਰ ਦਿੱਤਾ। ਭਾਈ ਬਾਲੇ ਨੇ ਬੇਨਤੀ ਕੀਤੀ, ਗੁਰੂ ਅੰਗਦ ਦੇ ਮਹਾਰਾਜ, ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਲਿਆ, ਸਭ ਤੋਂ ਪਹਿਲਾਂ ਉਸ ਸਮੇਂ ਜਿਹੜੀ ਇਹ ਸ੍ਰਿਸ਼ਟੀ ਦੀ, ਜਿਹੜੀ ਇਹ ਧਰਤੀ ਦੀ, ਜਿਹੜੀ ਇਹ ਲੋਕਾਈ ਦੀ, ਜਿਹੜੀ ਇਹ ਦੁਨੀਆ ਦੀ ਹਾਲਤ ਸੀ, ਉਹ ਬਿਆਨ ਕੀਤੀ। ਮਹਾਰਾਜ, ਇਹ ਦੁਨੀਆ ਦੇ ਵਿੱਚ ਚਾਰੇ ਪਾਸੇ ਪਾਪ ਵਰਤ ਗਿਆ ਸੀ। ਪਾਪ, ਗਰੀਬ ਦਾ ਖੂਨ ਪੀਤਾ ਜਾ ਰਿਹਾ ਸੀ। ਮਾਸੂਮ ਮਜਲੂਮ ਦੇ ਉੱਪਰ ਸ਼ਰੇਆਮ ਅਤਿਆਚਾਰ ਸੀ। ਧਰਮ ਖੰਭ ਲਾ ਕੇ ਉੱਡ ਗਿਆ ਸੀ। ਧਰਮ ਦੇ ਚਾਰ ਪੈਰ, ਧਰਮ, ਸੰਤੋਖ, ਤਪ, ਦਇਆ ਆਦਿਕ ਚਾਰੇ ਪੈਰ ਹੀ ਨਿਕਲ ਗਏ ਸੀ। ਹਰ ਪਾਸੇ ਹਾਹਾਕਾਰ ਮੱਚੀ ਸੀ, ਹਰ ਪਾਸੇ ਬੁਰਾ ਹਾਲ ਸੀਗਾ। ਪਰਜਾ ਗਿਆਨ ਤੋਂ ਬਿਨਾਂ ਅੰਨੀ ਹੋ ਗਈ ਸੀਗੀ, ਤੇ ਪਰਜਾ ਦੀ ਰਾਖੀ ਕਰਨ ਵਾਲੇ ਜਿਹੜੇ ਰਾਜੇ ਸਨ, ਇਹ ਭਾਈ ਗੁਰਦਾਸ ਦੀਆਂ ਵਾਰਾਂ ਮੈਂ ਤੁਹਾਡੇ ਨਾਲ ਹੁਣ ਸਾਂਝੀਆਂ ਕਰਾਂਗਾ। ਇੱਕ ਦੋ ਵਾਰ ਉਹਨਾਂ ਚੋਂ ਪੌੜੀਆਂ, ਜੋ ਉਸ ਸਮੇਂ ਦੀ ਸਥਿਤੀ ਸੀ, ਜੋ ਉਸ ਸਮੇਂ ਦਾ ਹਾਲ ਸੀਗਾ, ਜੋ ਉਸ ਸਮੇਂ ਦਾ ਹਾਲਾਤ ਸਨ ਉਸ ਸਮੇਂ ਦੇ, ਉਹ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਕਲਮਬੰਦ ਕੀਤਾ। ਬੜੀ ਪਿਆਰੀ ਪਹਿਲੀ ਵਾਰ ਪੜ੍ਹਿਓ। ਪੜ੍ਹਨ ਵਾਲਿਆਂ ਨੂੰ ਪਤਾ 40 ਵਾਰਾਂ ਭਾਈ ਪਹਿਲੇ ਗੁਰਦਾਸ ਦੀ ਜਿਹੜੇ ਹੋਏ ਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਮਾ ਜੀ ਭੱਲਿਆਂ ਦੀ ਕੁੱਲ ਚ ਹੋਏ ਆ। 40 ਵਾਰਾਂ ਪੌੜੀਆਂ ਸਮੇਤ ਉਹਨਾਂ ਨੇ ਲਿਖੀਆਂ। 41ਵੀਂ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਗੁਰਦਾਸ ਜੀ ਹੋਏ ਆ ਸਮੇਂ ਚ, ਉਹਨਾਂ ਨੇ ਲਿਖੀ ਹੈ, ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਇਹ 41ਵੀਂ ਵਾਰ ਜਿਹੜੀ ਆ, ਪਹਿਲੀ ਵਾਰ ਦੀ ਵਿੱਚ ਜਦੋਂ ਆਪਾਂ ਪੜਾਂਗੇ ਤੇ ਪੌੜੀ ਆਉਂਦੀ ਆ। ਭਾਈ ਗੁਰਦਾਸ ਨੇ ਲਿਖਿਆ, ਉਹ ਕਹਿੰਦੇ, ਕਲ ਆਈ ਕੁੱਤੀ ਮੂਹੀ ਖਾਜ ਹੋਆ ਮਰਦਾਰ ਗੁਸਾਈ। ਇਹੋ ਜਿਹਾ ਸਮਾਂ ਸੀ ਕਲਯੁਗ ਦਾ ਉਸ ਸਮੇਂ ਵੀ ਕੁੱਤੀ ਮੂਹੀ, ਕੁੱਤੀ ਮੂਹੀ ਦਾ ਅਰਥ ਹੁੰਦਾ ਵੀ ਜਿਵੇਂ ਕੁੱਤਾ ਨਹੀਂ ਮੂੰਹ ਮਾਰਦਾ ਫਿਰਦਾ, ਲੱਟਰ ਕੁੱਤਾ ਆਪਾਂ ਦੇਖਿਆ ਨਾ, ਜਿੱਥੇ ਕਿੱਥੇ ਜੀ ਕਰਦਾ ਮੂੰਹ ਮਾਰਦਾ। ਖਾਜ ਹੋਆ ਮੁਰਦਾਰ ਗੁਸਾਈ, ਮੁਰਦਾਰ ਦਾ ਅਰਥ ਹੁੰਦਾ ਵੀ ਮੁਰਦੇ ਨੂੰ ਖਾਣ ਦੇ ਸਮਾਨ ਬੰਦੇ ਹੋ ਗਏ ਸੀ। ਜਾਣੀ ਹਰ ਪਾਸੇ ਠੱਗੀ, ਹਰ ਪਾਸੇ ਛਲ ਕਪਟ, ਹਰ ਪਾਸੇ ਧੋਖਾ, ਹਰ ਪਾਸੇ ਲੁੱਟ। ਕਲ ਆਈ ਕੁੱਤੀ ਮੂਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਉਂਦੇ, ਉਲਟਾ ਵਾੜ ਖੇਤ ਕੋ ਖਾਈ। ਭਾਈ ਬਾਲਾ ਵੀ ਦੱਸ ਰਿਹਾ, ਮਹਾਰਾਜ ਰਾਜੇ ਲੋਕ ਸਨ ਜਿਹੜੇ, ਕਾਰੂ ਵਰਗੇ, ਉਹ ਤੇ ਲੋਕਾਂ ਨੂੰ ਮਾਰ ਮਾਰ ਕੇ, ਲੋਕਾਂ ਤੇ ਅਤਿਆਚਾਰ ਕਰਕੇ ਰੁਪਈਆ ਖੋਹਣ ਲੱਗ ਗਏ ਸਨ। ਕਬਰਾਂ ਦੇ ਵਿੱਚੋਂ ਮੁਰਦੇ ਪੁੱਟ ਪੁੱਟ ਕੇ ਰੁਪਈਆ ਖੋਹਣ ਕੱਢਣ ਲੱਗ ਪਏ ਸਨ। ਇਹੋ ਜਿਹੀ ਸਥਿਤੀ ਹੋ ਗਈ ਸੀ। ਰਾਜਿਆਂ ਦਾ ਧਰਮ ਹੁੰਦਾ ਹੈ, ਰਾਜਿਆਂ ਦਾ ਇਹ ਨਿਯਮ ਹੈ, ਰਾਜਿਆਂ ਦੀ ਇੱਕ ਮਰਿਆਦਾ ਹੈ।
ਕਿ ਉਹ ਪਰਜਾ ਦੀ ਰੱਖਿਆ ਕਰਨ। ਜਿਵੇਂ ਅੱਜ ਦੇ ਸਮੇਂ ਕੋਈ ਪਰਜਾ ਦੀ ਰੱਖਿਆ ਨਹੀਂ ਹੋ ਰਹੀ, ਆਪਾਂ ਨੂੰ ਭਲੀ ਪ੍ਰਕਾਰ ਪਤਾ, ਖਾਸ ਕਰਕੇ ਮੈਂ ਹਿੰਦੁਸਤਾਨ ਦੀ ਗੱਲ ਕਰਦਾ, ਹਰ ਕੰਟਰੀ ਵਿੱਚ ਨਹੀਂ, ਇੱਥੇ ਦੀ ਗੱਲ ਕਰ ਰਿਹਾ। ਰਾਜੇ ਪਾਪ ਕਮਾਉਂਦੇ, ਪਾਪ ਕਰਨ ਲੱਗ ਗਏ ਰਾਜੇ, ਉਲਟਾ ਵਾੜ ਖੇਤ ਕੋ। ਹੁਣ ਵਾੜ ਕਾਹਦੇ ਲਈ ਲਾਉਣੇ ਆਪਾਂ? ਖੇਤ ਦੇ ਚਾਰ ਚਪੇਰੇ ਵੀ ਕੋਈ ਜਾਨਵਰ ਨਾ ਆ ਕੇ ਪੈ ਜਾਵੇ। ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤੇ ਫਿਰ ਜਾਨਵਰ ਦੀ ਤੇ ਗੱਲ ਦੂਰ ਹੈ। ਜਿਨ੍ਹਾਂ ਰਾਜਿਆਂ ਨੇ ਪਰਜਾ ਦੀ ਰੱਖਿਆ ਕਰਨੀ ਸੀ, ਉਹ ਰਾਜੇ ਹੀ ਪਰਜਾ ਨੂੰ ਲੁੱਟਣ ਲੱਗ ਪਏ। ਜਿਨ੍ਹਾਂ ਰਾਜਿਆਂ ਨੇ ਪਰਜਾ ਨੂੰ ਬਚਾਉਣਾ ਸੀ, ਉਹ ਪਰਜਾ ਨੂੰ ਖਤਮ ਕਰਨ ਲੱਗ ਗਏ। ਜਿਨ੍ਹਾਂ ਰਾਜਿਆਂ ਨੇ ਪਰਜਾ ਦੇ ਉੱਪਰ ਦਇਆ ਕਰਨੀ ਸੀ, ਉਹ ਅਤਿਆਚਾਰ ਕਰਨ ਲੱਗ ਪਏ। ਫਿਰ ਅਗਲੀ ਗੱਲ, ਜਿਹੋ ਜਿਹੇ ਰਾਜੇ, ਭਾਈ ਗੁਰਦਾਸ ਜੀ ਕਹਿੰਦੇ ਪਰਜਾ ਵੀ ਉਹੋ ਜੀ ਹੋ ਗਈ, ਪਰਜਾ ਅੰਧੀ ਗਿਆਨ ਬਿਨ ਕੂੜਕ ਸੁੱਤ ਮੁਖੋ ਅਲਾਈ। ਪਰਜਾ ਵੀ ਬਸ ਗਿਆਨ ਤੋਂ ਬਿਨਾਂ ਨਹੀਂ ਹੋ ਗਈ, ਯਾਨੀ ਗਿਆਨ ਹੈ ਹੀ ਨਹੀਂ। ਜਿਵੇਂ ਅੱਜ ਦੇ ਦੇਖੋ ਅਜੋਕਾ ਸਮਾਂ ਵੀ ਨਾਲ ਲੈ ਕੇ ਚੱਲਿਓ ਥੋੜਾ ਜਿਹਾ, ਠੀਕ ਹੈ। ਅਜੋਕੇ ਸਮੇਂ ਦੇ ਵਿੱਚ ਮੇਰਾ ਕੋਈ ਬਹੁਤਾ ਧਿਆਨ ਨਹੀਂਗਾ, ਇਤਿਹਾਸ ਨਾਲ ਮੈਂ ਜੁੜਨਾ, ਆਪਾਂ ਇਤਿਹਾਸ ਦੀ ਵਿਚਾਰ ਕਰਨੀ, ਪਰ ਅਜੋਕੇ ਸਮੇਂ ਨੂੰ ਨਾਲ ਲੈ ਕੇ ਥੋੜਾ ਜਿਹਾ ਤੁਰਿਓ ਵੀ ਅੱਜ ਵੀ ਕੀ ਸਥਿਤੀ ਹੋਈ ਪਈ ਆ। ਜਿੱਥੇ ਰਾਜੇ ਅੰਨੇ ਆ, ਉੱਥੇ ਪਰਜਾ ਵੀ ਅੱਜ ਦੀ ਅੰਨੀ ਆ, ਪਰਜਾ ਨੂੰ ਪਤਾ ਹੀ ਨਹੀਂ। ਜਿਨ੍ਹਾਂ ਲੀਡਰਾਂ ਦੇ ਲੋਕ ਅਸੀਂ ਬਕਵਾਸ ਕਰਦੇ ਆ, ਉਹਨਾਂ ਲੀਡਰਾਂ ਨੂੰ ਫਿਰ ਜਾ ਕੇ ਉਹਨਾਂ ਕੁਰਸੀਆਂ ਤੇ ਬਿਠਾਉਣੇ ਆ। ਭਲੀ ਪ੍ਰਕਾਰ ਸਾਨੂੰ ਪਤਾ ਹੈ ਵੀ ਅਕਾਲ ਤਖਤ ਦੇ ਉੱਪਰ ਹਮਲਾ ਕੀਤਾ ਕਿਹਨੇ ਔਰ ਕਰਵਾਇਆ ਕਿਹਨੇ ਔਰ ਭੱਜੇ ਕੌਣ। ਮੈਂ ਤਾਂ ਕਈ ਵਾਰ ਮਾਣੀ ਮਨ ਸੋਚਦਾ ਹੁੰਨਾ ਵੀ ਪਰਜਾ ਦੀ ਗਲਤੀ ਆ, ਹਮਲਾ ਕੀਤਾ ਕਿਹਨੇ, ਕਾਂਗਰਸ ਨੇ, ਕਰਵਾਇਆ ਕਿਹਨੇ, ਬੀਜੇਪੀ ਨੇ, ਤੇ ਭੱਜੇ ਕੌਣ? ਹੱਥ ਖੜੇ ਕਰਕੇ ਆਪਾਂ ਨੂੰ ਪਤਾ ਹੀ ਆ, ਬਾਦਲ ਕੇ ਆਦਿਕ ਗਦਾਰ ਹੋਏ। ਲੇਕਿਨ ਅਸੀਂ ਫਿਰ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਣੇ ਆ। ਮੈਂ ਸੰਖੇਪ ਵਿੱਚ ਗੱਲ ਕਰ ਗਿਆ, ਇੱਧਰਲਾ ਮੇਰਾ ਵਿਸ਼ਾ ਨਹੀਂ, ਇਤਿਹਾਸ ਤੋਂ ਬਾਹਰ ਜਾਣਾ ਵੀ। ਪਰ ਅੱਜ ਦੇ ਸਮੇਂ ਵਿੱਚ ਪਰਜਾ ਵੀ ਅੰਨੀ ਆ, ਉਹਨਾਂ ਸਮਿਆਂ ਦੇ ਵਿੱਚ ਵੀ ਪਰਜਾ ਨਹੀਂ ਸੀ। ਜਦੋਂ ਗੁਰੂ ਨਾਨਕ ਨੇ ਅਵਤਾਰ ਲਿਆ, ਨਿਰੰਕਾਰ ਨੂੰ ਲੋੜ ਪਈ। ਭਾਈ ਗੁਰਦਾਸ ਦੀ ਇਹ ਕਲਮ ਹੈ, ਪਰਜਾ ਅੰਧੀ ਗਿਆਨ ਬਿਨ ਕੂੜਕ ਸੁੱਤ ਮੁਖੋ ਅਲਾਈ। ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੇ ਤਨਾੜੇ ਜਾਈ। ਜਿਹੜੇ ਚੇਲੇ ਸਨ ਉਹ ਘਰਾਂ ਵਿੱਚ ਬਹਿ ਗਏ, ਤੇ ਜਿਹੜੇ ਗੁਰੂ ਸਨ ਉਹ ਚੇਲਿਆਂ ਨੂੰ ਲੱਭਣ ਤੁਰ ਪਏ। ਉਹੀ ਗੱਲ ਹੋ ਗਈ ਨਾ ਵੀ ਕੰਨ ਚ ਮਾਰੀ ਫੂਕ, ਹੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਅਜੋਕਾ ਸਮਾਂ ਵੀ ਤੱਕ ਲਿਓ ਵੀ ਇੱਟ ਚੱਕਦੇ ਆ ਤੇ ਗੁਰੂ, ਹਰੇਕ ਗੁਰੂ ਬਣ ਕੇ ਬਹਿ ਗਿਆ, ਹਰੇਕ ਧਰਮ ਦੀ ਸਿੱਖਿਆ ਦੇਣ ਲੱਗ ਪਿਆ। ਹਰੇਕ ਕਹਿੰਦਾ ਮੈਂ ਤੁਹਾਨੂੰ ਸੱਚਖੰਡ ਦੀ ਟਿਕਟ ਦੇਵਾਂਗਾ, ਹਰੇਕ ਕਹਿਣ ਲੱਗਾ ਤੁਸੀਂ ਮੇਰੇ ਕੋਲੇ ਆਵੋ, ਤੁਹਾਨੂੰ ਨਿਰੰਕਾਰ ਨਾਲ ਮੈਂ ਮਿਲਾਵਾਂਗਾ, ਮੇਰੇ ਤੋਂ ਇਲਾਵਾ ਤੁਹਾਨੂੰ ਨਿਰੰਕਾਰ ਦੇ ਨਾਲ। ਆ ਕਾਵਾਂ ਰੌਲੀ ਜੀ ਪੈ ਗਈ, ਐਂ ਸਮਝ ਲਓ ਕਾਵਾਂ ਰੌਲੀ। ਪਰਜਾ ਵੀ ਭੰਬਲ ਭੂਸੇ, ਰਾਜੇ ਵੀ ਭੰਬਲ ਭੂਸੇ, ਲੋਕਾਈ ਵੀ ਭੰਬਲ ਭੂਸੇ, ਤੇ ਜਿਹੜੇ ਧਰਮ ਦੇ ਠੇਕੇਦਾਰ ਸਨ, ਧਰਮ ਦੇ ਆਗੂ ਸਨ, ਧਰਮ ਦਾ ਉਪਦੇਸ਼ ਦੇਣੇ ਵਾਲੇ ਸਨ, ਚਾਹੇ ਹਿੰਦੂ ਧਰਮਕ ਆਗੂ ਤੇ ਜਾਂ ਉਹ ਇਸਲਾਮ ਧਰਮਕ ਆਗੂ, ਸਭ ਨੇ ਧੰਦਾ ਚਲਾ ਲਿਆ, ਸਭ ਨੇ। ਭਾਈ ਗੁਰਦਾਸ ਜੀ ਲਿਖਦੇ, ਚੇਲੇ ਸਾਜ ਵਜਾਵੰਦੇ ਗੁਰੂ ਨੱਚਨ ਬਹੁਬਦ ਭਾਈ। ਜਿਵੇਂ ਆ ਸਰਸੇ ਵਾਲਾ ਨੱਚਦਾ ਸੀ, ਉਹ ਦੇਖ ਸੁੱਟਿਆ ਪਿਆ ਹੁਣ। ਚੇਲੇ ਸਾਜ ਵਜਾਉਣ ਲੱਗ ਪਏ ਤੇ ਗੁਰੂ ਨੱਚਣ ਲੱਗ ਪਏ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਜਿਹੜੇ ਕਾਜੀ ਸਨ ਉਹ ਰਿਸ਼ਵਤੀ ਹੋ ਕੇ, ਕਾਜੀ ਕਹਿੰਦੇ ਆ ਫੈਸਲਾ ਕਰਨ ਵਾਲੇ। ਅੱਜ ਦੇ ਅਜੋਕੇ ਸਮੇਂ ਵਿੱਚ ਜੱਜ ਲੋਕ ਕਹਿ ਲਵੋ। ਮੈਂ ਫਿਰ ਬੇਨਤੀ ਕਰਦਾ ਵੀ ਅਜੋਕਾ ਸਮਾਂ ਨਾਲ ਲੈ ਕੇ ਚੱਲਿਓ। ਦੇਖੋ ਕਿੰਨਾ ਸਮਾਂ ਹੋ ਗਿਆ ਗੁਰੂ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ। ਭਾਈ ਜਗਤਾਰ ਸਿੰਘ ਵਰਗਿਆਂ ਦੀਆਂ, ਭਾਈ ਤਾਰਾ ਸਿੰਘ ਵਰਗਿਆਂ ਦੀਆਂ ਹਜੇ ਵੀ ਜੇਲ੍ਹਾਂ ਵਿੱਚ ਸੁੱਟੇ ਨੇ। ਤੇ ਜਿਨ੍ਹਾਂ ਨੇ ਸ਼ਰੇਆਮ ਹਮਲੇ ਕੀਤੇ 84 ਵੇਲੇ, ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜਿਆ, ਬਲਾਤਕਾਰ ਕੀਤੇ, ਤੇ ਉਹਨਾਂ ਸੱਜਣ ਵਰਗਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਅਜੋਕਾ ਸਮਾਂ ਥੋੜਾ ਜਿਹਾ ਨਾਲ ਲੈ ਕੇ ਚੱਲਿਓ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ
उस समय की स्थिति विचों मैं एक छोटी जी बेनती करदा। कहंदे एक बारी एक जलाहा सीगा ते जलाहे की जगह एक लाले ने भाव एक शाहूकार तकड़ा बंदा सी, नप ली। पर जगह सी जलाहे की, उन्हें काजी को जाके फरियाद की, काजी साहब जगह मेरी नप ली आ, जगह मेरी आ, पर शाहूकार अमीर बंदा वो लाला जिहड़ा हैगा मेरे नाल धक्का करदा ते तुसीं ख्याल रखियो। कहंदे जलाए ने एक पग दित्ती भी आ पग लै ला। काजी होए रिश्वती वड्डी लैके हक गवाई भी आ पग लै ला ते ख्याल रखियो जिस दिन फैसला करना। वो कहंदा ठीक आ। लाला आया तो लाले ने उन्होंने बलद दे दिता। काजी साहब जिस दिन फैसला करना ते ख्याल रखियो। ठीक आ। रिश्वत लै ली दोवां पास। जिदन सभा लगी, अहलकार बैठे, मंत्री बैठे, अज फैसला सुनाउणा, लोग बैठे, अदालत कह लवो भी अदालत लगी। काजी ने फैसला सुनाउणा सीगा ते जलाहे का मुंडा भी ते जलाहा भी आ गया, वो शाहूकार भी आ गया। जलाहे ने एक गल की, कहंदा काजी साहब मेरी पग का ख्याल रखियो। यानी पग दित्ती सीगी रिश्वत दे विच। कोई 1-2 रुपया भी देता होना उन्हां समयां दे विच, इहो जिहा ही सीगा। काजी ने जिस वेले फैसला सुनाया वो कहन लग्या भी जिहड़ी ये जगह ये लाले दी आ, शाहूकार दी आ। जलाहा कहन लगा काजी साहब पग का ख्याल नहीं रखिया। जलाहे का मुंडा बोलिया, कहन लगा पिता जी पग की गल नहीं, पग जिहड़ी सीगी बापू तेरी वो बलद खा गया। काजी कहन लगा जगह दे विच तां जी बलद ही बन्निया जाना, ये लाले दी होई ना, फिर शाहूकार दी होई। काजी होए रिश्वती वड्डी लैके हक गवाई। वड्डी लैके हक गवाउण लग पे, भाव चंगी नूं माड़ी ते माड़ी नूं चंगी, भाव सच नूं झूठ ते झूठ नूं सच। जिवें गुरबाणी दे विच बचन आउंदा ना, खोटे को खरा कह खरा सार ना जाने, अंधे का नाउ पारखू कली काल वडाणे। आ स्थिति बन गई, आ हालात बन गए उस समय दे। ये नतीजा सी। भाई बाला कहन लगा महाराज वरत्या पाप सबस जग माई, सारे जग दे विच हर पासे पाप। गुरु अंगद देव महाराज ने बेनती, वाहिगुरु हुक्म किया, उहदा हुक्म है। बालिया किहो जा पाप सी महाराज, धरती ते हर पासे करत कान। दुखी होगी धरती, दुखी लुकाई। जिहड़ी लुकाई है ना, धरती का अर्थ की है लुकाई, क्योंकि धरती ते रहन बसेरा किन्हां दा, लोकां दा। और धरती ने की दुखी होना। धरती नूं आपां वढदे हां, धरती नूं आपां, धरती उपर गंदगी किन्नी कीती जांदी है, धरती दे उपर किड्डे किड्डे पर्बत पहाड़ सब कुछ। धरती ते जिहड़ा रहन बसेरा सी ना, जानी लुकाई सी, जानी लोक सन, जानी जगत सी, इंसानियत मर गई सी। पाप वरत्या। क्यों समझ लो भाई गुरदास कहन लगे, थम्मै कोई ना साध बिन साध ना डिठै, जग विच कोआ, जग दे विच कोई साधु दिसदा ही नहीं सी, कोई रब दा प्यारा दिसदा ही नहीं। पर साधु तो बिना धरती नूं ठल्ले कौन। जे साधु सी ते वह भी लटेरियां दे भेस विच, अज दी तरह। अज बहुत ज्यादा इदां। लुकाई ने अरदास की, बेनती की, जोदड़ी की, जिन्हां लोकां ते अत्याचार बहुत ज्यादा हो रहा सी। क्योंकि गुरु तो सुनता ही है ना, परमेश्वर निरंकार तो सुनता ही है। अत्याचार वधिया जिस वेले, उस वेले ही कोई पीर पकंबर अवतार औलिया आया। इतिहास इस गल की गवाही देता। हुण भी आउण दा समय है, भी मैं कहना हुन्ना भी जिहड़ा जो कुछ हो ही जाता ना, आपां देख रहे हैं, ये इशारा दे रहा, ये एक प्रतीक है। कोई रब दा प्यारा, कोई रंगी हुई रूह, कोई तत्त बेता ब्रह्म ज्ञानी महापुरुष संत सिपाही बाबा जरनैल वर्गा कोई उतरेगा। देख रहे हैं आप सब कुछ जो हो रहा।
ਖਾਲਸੇ ਰਾਜ ਦੀਆਂ ਨਿਸ਼ਾਨੀਆਂ ਇਹ ਯਾਦ ਰੱਖਿਓ। ਅਤਿਆਚਾਰ ਤੋਂ ਬਿਨਾ ਕੋਈ ਸਾਧੂ ਮਹਾਂਪੁਰਖ ਧਰਤੀ ਦਾ ਭਲਾ ਕਰ ਨਹੀਂ ਆਉਂਦਾਗਾ। ਅਕਸਰ ਲੋੜ ਹੀ ਉਦੋਂ ਪੈਣੀ ਆ, ਵੈਸੇ ਥੋੜੀ ਲੋੜ ਆ। ਆਪਾਂ ਸਕੂਲਾਂ ਦੇ ਵਿੱਚ ਦੇਖਦੇ ਹਾਂ ਵੀ ਜਦੋਂ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜ਼ਿਆਦਾ ਵਿਦਿਆਰਥੀ ਤੰਗ ਕਰਨ ਕਲਾਸ ਦੇ ਵਿੱਚ, ਫਿਰ ਕਹਿੰਦੇ ਵੀ ਉਹਨੂੰ ਬਦਲ ਕੇ ਟੀਚਰ ਲਾ ਦਿਓ ਵੀ ਇਹ ਸੂਤ ਨਹੀਂ ਆਉਂਦੇ। ਇਹੀ ਗੱਲ ਆ ਨਾ, ਟੀਚਰ ਬਦਲ ਦਿਓ, ਪ੍ਰਿੰਸੀਪਲ ਬਦਲ ਦਿਓ, ਆਹੀ ਗੱਲ ਆ। ਗੁਰੂ ਨਾਨਕ ਤੋਂ ਪਹਿਲਾਂ ਲੋਕਾਈ ਦੇ ਵਿੱਚ 4 ਚੁਫੇਰੇ ਹਨੇਰਾ ਛਾ ਗਿਆ। ਲੋਕਾਈ ਨੇ ਅਰਦਾਸਾਂ ਕੀਤੀਆਂ, ਨਿਰੰਕਾਰ ਨੇ ਧਰਤੀ ਦੀ ਅਰਦਾਸ ਸੁਣੀ। ਉਹ ਕਹਿਣ ਲੱਗਾ ਮੈਨੂੰ ਇੱਕ ਗੱਲ ਦੱਸ, ਨੀ ਧਰਤੀਏ ਨੀ ਭੂਮੀਏ, ਤੈਨੂੰ ਭਾਰ ਕਿਹਦਾ? ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਲਿਖੇ ਆ। ਧਰਤੀ ਕਹਿੰਦੀ ਨਾ ਤਸ ਭਾਰੇ, ਪਰਬਤਾਂ ਅਸਮਾਨ ਖਹੰਦੇ ਨਾ ਤਸ ਭਾਰੇ, ਕੋਟ ਗੜ ਕਰ ਬਾਰ ਦਸੰਦੇ ਨਾ ਤਸ ਭਾਰੇ, ਸਾਇਰਾ ਨਦ ਵਾਹ ਵਹੰਦੇ ਭਾਰੇ, ਭੂਈ ਅਕਰਤ ਕਣ ਮੰਦੇ ਹੁੰਦੇ। ਜਿਹੜੇ ਪਰਬਤ ਆ ਨਾ, ਅਸਮਾਨਾਂ ਨੂੰ ਕਹਿੰਦੇ ਆ, ਵੱਡੇ ਵੱਡੇ ਹਿਮਾਲਿਆ ਦੇ ਚੋਟੀਆਂ। ਫਿਰ ਘਰ ਬਾਰ ਇਹ ਕੋਟ, ਕੋਟ ਕਹਿੰਦੇ ਆ ਕਿਲਿਆਂ ਨੂੰ, ਵੱਡੇ ਵੱਡੇ ਗੜ। ਫਿਰ ਆ ਦਰਖਤ, ਫਿਰ ਆ ਸਮੁੰਦਰ, ਫਿਰ ਆ ਨਦ ਨਦੀਆਂ, ਫਿਰ ਬਨਸਪਤੀ ਦਰਖਤ ਆਦਿਕ, ਮੈਨੂੰ ਇਹਨਾਂ ਦਾ ਭਾਰ ਨਹੀਂ। ਫਿਰ ਭੂਮੀਆਂ ਤੈਨੂੰ ਭਾਰ ਕਿਹਦਾ? ਕਹਿੰਦੀ ਭਾਰੇ ਭੂਈ ਅਕਰਤ ਕਣ ਮੰਦੀ ਹੂੰ ਮੰਦੇ। ਇੱਕ ਗੱਲ ਯਾਦ ਰੱਖਿਓ, ਮੈਂ ਇੱਥੇ ਸੰਖੇਪ ਵਿੱਚ ਬੇਨਤੀ ਕਰ ਦੇਵਾਂ, ਸਭ ਤੋਂ ਵੱਡਾ ਪਾਪੀ ਦੁਨੀਆ ਦੇ ਵਿੱਚ ਇਤਿਹਾਸਕ ਗ੍ਰੰਥਾਂ ਨੇ, ਸਾਡੇ ਜਿਹੜੇ ਪੀਰ ਪਕੰਬਰ ਆ ਉਹਨਾਂ ਨੇ ਮੰਨਿਆ ਕਿ ਜਿਹੜਾ ਅਕਰਤ ਕਣ ਬੰਦਾ ਤੇ ਵਿਸ਼ਵਾਸਘਾਤੀ, 2 ਕੈਟਾਗਰੀ ਦੇ, ਤੁਹਾਡੀ ਅੰਗਰੇਜ਼ੀ ਵਿੱਚ ਅੱਜ ਕੈਟਾਗਰੀ, 2 ਤਰ੍ਹਾਂ ਦੇ ਬੰਦੇ ਮੰਨੇ ਆ। ਸਭ ਤੋਂ ਵੱਡੇ ਪਾਪੀ, ਸਭ ਤੋਂ ਵੱਡੇ ਪਾਪੀ ਬੜੇ ਆ। ਝੂਠ ਬੋਲਣ ਵਾਲਾ ਵੀ ਪਾਪੀ ਆ, ਕਾਮੀ ਵੀ ਪਾਪੀ ਆ, ਕ੍ਰੋਧੀ ਵੀ ਪਾਪੀ ਆ, ਲੋਭੀ ਵੀ ਪਾਪੀ ਆ, ਹੰਕਾਰੀ ਵੀ ਪਾਪੀ ਆ, ਜੂਆ ਖੇਡਣ ਵਾਲਾ ਵੀ ਪਾਪੀ ਆ, ਸ਼ਰਾਬ ਪੀਣ ਵਾਲਾ ਵੀ ਪਾਪੀ ਆ, ਨਿੰਦਿਆ ਚੁਗਲੀ ਕਰਨ ਵਾਲਾ ਵੀ ਪਾਪੀ ਆ, ਮਾੜਾ ਬੋਲਣ ਵਾਲਾ ਵੀ ਪਾਪੀ ਆ। ਪਰ ਪਾਪੀਆਂ ਦੀ ਕਤਾਰ ਦੇ ਵਿੱਚ ਕੋਈ ਵੱਡਾ ਛੋਟਾ ਵੀ ਤੇ ਹੁੰਦਾ ਹੀ ਆ ਨਾ, ਇਹ ਤਾਂ ਹਰ ਪਾਸੇ ਹੀ ਆ ਵੀ ਕੋਈ ਵੱਡਾ ਕੋਈ ਛੋਟਾ। ਪਾਪੀਆਂ ਦੀ ਕਤਾਰ ਦੇ ਵਿੱਚ, ਪਾਪੀਆਂ ਦੀ ਲਾਈਨ ਦੇ ਵਿੱਚ ਸਭ ਤੋਂ ਵੱਡੇ ਪਾਪੀ ਜੇ ਮੰਨੇ ਆ, ਉਹ ਆ ਅਕਰਤ ਕਣ ਤੇ ਵਿਸ਼ਵਾਸਘਾਤੀ। ਸਭ ਤੋਂ ਵੱਡੇ ਭਾਈ ਗੁਰਦਾਸ ਨੇ ਲਿਖਿਆ, ਵਿਸ਼ਵਾਸਘਾਤੀ ਅਕਰਤ ਕਣ ਪਾਪੀ ਹਤਿਆਰੇ। ਵਿਸ਼ਵਾਸਘਾਤ ਕਰਨਾ, ਕਿਸੇ ਦਾ ਕਿਸੇ ਗਰੀਬ ਨਾਲ ਜਾਨੀ ਧੋਖਾ ਕਰਨਾ, ਜ਼ੁਲਮ ਕਰਨਾ, ਤੇ ਕਿਸੇ ਦੇ ਕੀਤੇ ਹੋਏ ਮਹਾਪਰਉਪਕਾਰ ਨੂੰ ਭੁੱਲ ਜਾਣਾ, ਇਹ ਵੀ ਅਕਰਤ ਕਣ ਦੀ ਨਿਸ਼ਾਨੀ ਆ। ਅਕਰਤ ਭਲਾ ਪਤਾ ਕਿੰਨਾ ਮਾੜਾ। ਜੇ ਮੈਂ ਛੋਟੀ ਜੀ ਬੇਨਤੀ ਕਰ ਜਾਵਾਂ, ਤੁਸੀਂ ਵੈਸੇ ਸੁਣਿਆ ਵੀ ਆ, ਅਕਰਤ ਕਣ ਦੀ ਹਾਲਤ, ਅਕਰਤ ਕਣ ਦੀ ਸਥਿਤੀ ਜੋ ਭਾਈ ਗੁਰਦਾਸ ਨੇ ਬਿਆਨ ਕੀਤੀ। ਉਹ ਕਹਿੰਦਾ, ਮੱਧ ਵਿੱਚ ਰੱਦਾ ਪਾਏ ਕੇ ਕੁੱਤੇ ਦਾ ਮਾਸ, ਧਰਿਆ ਮਾਨਸ ਕੋਪਰਿਤ ਸੰਬੰਧੀ ਵਾਸ, ਰਤੂ ਭਰਿਆ ਕੱਪੜਾ ਕਰ ਤੱਜਨ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਆਖ ਸਿਆਣੇ ਪੁੱਛਿਆ ਲਾਹੇ ਵਿਸ਼ਵਾਸ। ਕਹਿਣ ਲੱਗੇ ਨੀਵੀਂ ਜਾਤ ਦੀ, ਨੀਵੀਂ ਜਾਤ ਤੋਂ ਅਰਥ ਕਿ ਵਿਭਚਾਰਨ, ਬੁਰਾ ਕਰਮ ਕਰਨ ਵਾਲੀ ਇੱਕ ਔਰਤ, ਕੁੱਤੇ ਦਾ ਮਾਸ, ਉਹਨੂੰ ਰਿੰਨ ਕੇ ਸ਼ਰਾਬ ਦੇ ਵਿੱਚ ਮਰੇ ਹੋਏ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਲਾਲ ਕੱਪੜੇ ਨਾਲ ਢੱਕ ਕੇ ਕਿਤੇ ਲਿਜਾ ਰਹੀ ਸੀਗੀ। ਤੇ ਕਿਸੇ ਸਿਆਣੇ ਨੇ ਪੁੱਛਿਆ, ਬੀਬਾ ਇਹ ਕੀ ਆ? ਉਹ ਕਹਿਣ ਲੱਗੀ, ਮਰੇ ਹੋਏ ਮਨੁੱਖ ਦੀ ਖੋਪੜੀ ਵਿੱਚ ਪਾ ਕੇ ਕੁੱਤੇ ਦਾ ਮਾਸ ਰਿੰਨ ਕੇ ਤੇ ਲਾਲ ਕੱਪੜੇ ਨਾਲ, ਖੂਨ ਦੇ ਲਿਬੜੇ ਹੋਏ ਕੱਪੜੇ ਨਾਲ ਢੱਕ ਕੇ, ਤੇ ਮੈਂ ਵਿਭਚਾਰ ਕਰਕੇ ਜਾਨੀ ਮਾੜਾ ਕਰਮ ਕਰਕੇ ਇਹਨੂੰ ਢੱਕ ਕੇ ਲੈ ਚੱਲੀ ਆ। ਉਹ ਕਹਿਣ ਲੱਗਾ, ਕੁੱਤੇ ਦਾ ਮਾਸ ਵੀ ਬੁਰਾ, ਸ਼ਰਾਬ ਵੀ ਬੁਰੀ, ਮਾਸ, ਮਰੇ ਹੋਏ ਮਨੁੱਖ ਦੀ ਖੋਪੜੀ, ਦੇਖੋ ਹਾਲਤ ਕਿੱਦਾਂ ਦੀ ਬਣਾਈ, ਕਿਸ ਤਰ੍ਹਾਂ ਦੀ ਫੋਟੋ ਖਿੱਚੀ ਭਾਈ ਗੁਰਦਾਸ ਜੀ ਨੇ। ਜਰਾ ਧਿਆਨ ਮਾਰਿਓ ਤੇ ਮਨਾਂ ਵਿੱਚ ਵੀ ਅਸੀਂ ਅਕਰਤ ਕਣ ਨਹੀਂ। ਮੈਂ ਦਾਅਵੇ ਨਾਲ ਕਹਿਣਾ, ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਬਣੇ ਤੇ ਅਸੀਂ ਅਕਰਤ ਕਣ ਹੀ ਆ। ਕਲਗੀਧਰ ਪਾਤਸ਼ਾਹ ਨੇ ਫਤਿਹ ਸਿੰਘ ਵੀ ਨੂੰ ਰੱਖਿਆ ਆਪਣੇ ਕੋਲੇ।
पर असीं की सोचिया, शराबां कबाबां विषय वकार बड़े चंगे लगते। ले जा रही सी, पुछया, वो कहन लगी आ कुछ आ ते आख सियाने पुछया लाहे विश्वासो। कहन लगा सब कुछ गंदा, ढकण की लोड़ की पै गई। पर वो कहन लगी नदरी पवै करत कान मत होए विनाश। मता किते सब कुछ खत्म हो जाए, इन्नी गंदगी आ, ये सब कुछ गंद है, पर एदू गंदी निगाह जिहड़ी आ ना वो अकरत कण दी आ। भारे भूई अकरत कण, मंदी हूं मंदे, अकरत कण हो गए हर पासे अकरत कण। धोखा बुद्धू बनाउण लग पे, एक दूजे नूं खत्म करन लग गए, एक दूजे नूं। धर्म की गल ही नहीं कोई रही, बचन बलास की गल ही नहीं कोई रही। सौहा खा खा के लोगों ने, जिवें अज बुद्धू बनाया, सौहा खा खा के लोगों बुद्धू बना के लोगों का विश्वासघात करना ते करत कहानी होना। कलमल होई मेदनी पापां दे नाल जकड़ी गई। अरदास कीती उस वेले निरंकार ने सुनी पुकार दतार प्रभ, गुरु नानक जग माहे पठाए। भाई बाला जी कहन लगे गुरु अंगद देव महाराज, जिस वेले ये वरतारा धरती ते वरत चुकिया सी ते गुरु नानक दे आउण दी लोड़ सीगी, क्योंकि हर पासे पाप पसरिया होया सी। इस पाप तो छुटकारे दे लई गुरु नानक दी लोड़ सी। गुरु नानक आप नारायण काल आप नारायण कला धार जग मह परवरियो। राय भोए दी तलवंडी बार इलाका मन्निया गया। बार इलाका 9 खंडां दे विचों भरत खंड। एक गल मैं तुहानूं दस दिना, धरती दे 9 खंड आ। 9 खंडां दे विच आह कनेडा अमेरिका लंडन लंडन जिन्नियां तुहाडीआं कंट्रियां सारियां आउंदियां, ते उन्हां दे विचों जिहड़ा भरत खंड आ ना, भरत खंड ये भारत देश, भारत देश दे विच सब तो वध पीर पैगंबर अवतार औलिए आए आ। ते उन्हां भारत खंड दे विचों जिहड़ी मेन धरती है वह पंजाब दी है। बड़ी भागां वाली धरती है पंजाब दी, बड़ी उत्तम ते श्रेष्ठ धरती है पंजाब दी। बाहर देश क्योंकि उदों पाकिस्तान का जिहड़ा ये राय भोज की तलवंडी है पंजाब विच आउंदा। अज उधरला पंजाब इधरला ते उधरला आपां समझ ही गए हैं, वो भी पंजाब दे विच ननकाना साहिब, तुहानूं पता ही है। बाहर देश का इलाका सीगा, जो उत्थों का इलाके की जो एक फोटो है ना, कवि संतोख सिंह ने बड़ी सुंदर खिंची है। हुण इन्नियां पंक्तियां तो याद नहीं रहिंदा, पर मैं तुहानूं उदां सुना दिना। कहन लगे भी एक पासे दरिया वगदा सी, ठंडियां हवावां आउंदियां सी, दूजे पासे उच्चियां उच्चियां चोटियां सन, उत्थों दे लोक बड़े चंगे सन। उत्थे जो भी कोई राही लंघदा ते राही लंघ के कहंदे एक बारी गीड़ा खा के उत्थे बह जांदा, मानो स्वर्गां वर्गी धरती सी, मानो कि इदां है। फिर गुरु नानक ने आउणा सी भाई। राए भोए जानी राए बलार जिहड़ा राजा सी उत्थों दा, बड़ा धर्मी सतपुरुषी तत्बिता सीगा, धर्म का न्याय करन वाला सीगा, धर्मी बंदा सीगा, तलवंडी दा राजा। तलवंडी दे राजे ने हर पासे धर्म नूं मुख रख के धर्म का न्याय करना राय बलार ने। ते राय बलार जानी तलवंडी दे विच सत्कारयोग बाबा शिव राम जी रहिंदे सन। उन्हां दे घर विखे 2 सुपुत्रां ने जन्म लिया। सत्कारयोग बाबा मेहता कल्याण दास जी, ये पटवारी सन, ताइयों इन्हां नूं मेहता जी कहंदे सन। मेहते दा अर्थ है पटवारी। राय बलार राजे का पटवारी सी। ते इतिहास दसदा भी पटवारी भी 500 पिंडां दा सी। गुरु नानक दे सत्कारयोग पिता जी कोई इदां नहीं बई छोटे मोटे पटवारी सन, गल हक दी करदे सन, धर्मी सी, धर्म दी पूजा करदे सन।
ਤੇ ਦੂਸਰਾ ਬਾਬਾ ਸ਼ਿਵ ਰਾਮ ਜੀ ਦੇ ਪੁੱਤਰ ਹੋਇਆ ਬਾਬਾ ਲਾਲੂ ਜੀ, ਬਾਬਾ ਕਲਿਆਣ ਦਾਸ ਜੀ ਦੇ ਛੋਟੇ ਭਰਾ। ਇਹ ਦੁਕਾਨ ਦਾ ਕੰਮ ਕਰਦੇ ਸੀ, ਉੱਥੇ ਖੱਤਰੀ ਸਨ। ਕੀ ਹੋਇਆ ਗੁਰਮੁਖ ਪਿਆਰਿਓ, ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸ੍ਰਿਸ਼ਟੀ ਖਿੜੀ। ਕੱਤਕ ਦੀ ਪੂਰਨਮਾਸੀ 1526 ਬਿਕਰਮੀ ਸੰਮਤ ਅੰਮ੍ਰਿਤ ਵੇਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਾਸ਼ ਲਿਆ ਨਾ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਕੁੱਖ ਨੂੰ ਭਾਗ ਲਾਇਆ, ਕਿਉਂਕਿ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਪਹਿਲਾ ਭਾਗ ਲਾਇਆ ਸੀਗਾ ਸਤਿਕਾਰਯੋਗ ਬੇਬੇ ਨਾਨਕੀ ਜੀ ਨੇ। ਵੱਡੇ ਸਨ ਬੇਬੇ ਨਾਨਕੀ ਜੀ, ਧਰਮ ਦੀ ਮੂਰਤ ਸਨ, ਬੰਦਗੀ ਦੇ ਵਿੱਚ ਹਰ ਵੇਲੇ ਰੱਤੇ ਰਹਿਣਾ। ਵਿਸ਼ਵਾਸ ਬੜਾ ਸੀ ਗੁਰੂ ਨਾਨਕ ਤੇ ਬੇਬੇ ਨਾਨਕੀ ਨੂੰ ਔਰ ਰਾਜੇ ਰਾਏ ਬੁਲਾਰ ਨੂੰ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਾਸ਼ ਲਿਆ ਤੇ ਉਹਨਾਂ ਸਮਿਆਂ ਦੇ ਵਿੱਚ, ਅੱਜ ਤੇ ਲਾਈਟ ਆ, ਅੱਜ ਤੇ ਆਪਾਂ ਨੂੰ ਪਤਾ ਵੀ ਇਹ ਤਰੱਕੀ ਕੀਤੀ ਆ, ਇਲੈਕਟ੍ਰੋਨਿਕ ਕਰਕੇ ਜਿਹੜੀ ਇਹ ਲਾਈਟ ਦਾ ਆਪਾਂ ਨੂੰ ਪ੍ਰਕਾਸ਼ ਮਿਲ ਜਾਂਦਾ। ਉਹਨਾਂ ਸਮਿਆਂ ਦੇ ਵਿੱਚ ਜਾਂ ਤਾਂ ਇੱਕ ਦੀਵਾ ਬਾਲਿਆ ਜਾਂਦਾ ਸੀ ਜਾਂ ਅਸ਼ਟ ਜਾਨੀ 8 ਦੀਵੇ ਬਾਲੇ ਜਾਂਦੇ ਸਨ। 8 ਦੀਵੇ ਤੋਂ ਅਰਥ ਵੀ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਇੱਕ ਲੰਮੀ ਸਾਰੀ ਲਾਲਟਨ ਵਰਗੀ ਬਣਾ ਕੇ ਉਹਦੇ 4 ਚੁਫੇਰੇ 8 ਦੀਵੇ ਲਾਏ ਜਾਂਦੇ ਸੀਗੇ। ਉਹਦਾ ਚਾਨਣ, ਉਹਦਾ ਪ੍ਰਕਾਸ਼ ਕਮਰੇ ਵਿੱਚ ਬਹੁਤ ਜ਼ਿਆਦਾ ਹੁੰਦਾ ਸੀ। ਜਦੋਂ ਨਿਰੰਕਾਰ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਨੇ ਪ੍ਰਕਾਸ਼ ਲਿਆ, ਉਹਨਾਂ ਦਾ ਪ੍ਰਕਾਸ਼ ਹੋਇਆ, ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਉਹਨਾਂ ਦੇ ਵਿਹੜੇ ਨੂੰ ਭਾਗ ਲਾਏ, ਨਗਰੀ ਨੂੰ ਭਾਗ ਲਾਏ, ਖੁਦ ਨਿਰੰਕਾਰ ਪਾਤਸ਼ਾਹ ਆਪ ਆਏ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਏ। ਜਦੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿਣ ਲੱਗੇ ਜਿਹੜਾ ਕਮਰੇ ਵਿੱਚ ਪ੍ਰਕਾਸ਼ ਹੋ ਰਿਹਾ ਸੀ ਨਾ, ਪ੍ਰਕਾਸ਼ 8 ਦੀਵਿਆਂ ਦਾ, ਉਹ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਇਹ ਤੇ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨ, ਜੇ 100 ਚੰਦਾ ਉਗਵਹਿ, ਉਹ ਤੇ 8 ਦੀਵੇ ਸੀ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਨ ਘੋਰ ਅੰਧਾਰ। ਗੁਰੂ ਤੋਂ ਬਿਨਾ ਹਨੇਰਾ ਹੀ ਹਨੇਰਾ। ਬ੍ਰਹਿਮੰਡ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਕਾਸ਼ ਲਿਆ, ਦੇਵੀ ਦੇਵਤੇ ਖੁਸ਼ ਹੋਏ, ਫੁੱਲਾਂ ਦੀ ਵਰਖਾ ਕੀਤੀ, ਬਨਸਪਤੀ ਖਿੜੀ, ਕਿਉਂਕਿ ਖੁਦ ਨਿਰੰਕਾਰ ਪਾਤਸ਼ਾਹ ਲੁਕਾਈ ਦਾ ਭਲਾ ਕਰਨ ਦੇ ਲਈ ਨਿਰਗੁਣ ਸਰੂਪ ਸਰਗੁਣ ਦੇ ਵਿੱਚ ਆ ਗਿਆ। ਸਤਿਕਾਰਯੋਗ ਮਾਤਾ ਦੌਲਤਾਂ ਜੀ ਉਸ ਵੇਲੇ ਦਾਈ ਸਨ। ਉਹਨਾਂ ਨੇ ਵਧਾਈਆਂ ਦਿੱਤੀਆਂ ਬਾਬਾ ਮਹਿਤਾ ਕਲਿਆਣ ਦਾਸ ਜੀ ਨੂੰ, ਤੁਹਾਡੇ ਘਰ ਦੇ ਵਿੱਚ ਚੰਨ ਆਇਆ, ਤੁਹਾਡੇ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ, ਪੁੱਤਰ ਨੇ ਜਨਮ ਲਿਆ। ਬਾਬਾ ਕਲਿਆਣ ਦਾਸ ਜੀ ਤੁਹਾਨੂੰ ਵਧਾਈਆਂ ਹੋਣ। ਵਧਾਈਆਂ ਹੋਈਆਂ। ਬਾਬਾ ਕਲਿਆਣ ਦਾਸ ਜੀ ਉਸ ਵੇਲੇ ਪੰਡਤ ਹਰਦਿਆਲ ਜੀ ਨੂੰ ਸੱਦ ਕੇ ਲਿਆਏ, ਕਿਉਂਕਿ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਸਭ ਤੋਂ ਸਿਆਣਾ ਉਹਨਾਂ ਸਮਿਆਂ ਦੇ ਵਿੱਚ ਪੰਡਤ ਹਰਦਿਆਲ ਜੀ ਮੰਨੇ ਗਏ ਸਨ, ਔਰ ਸਿਆਣੇ ਵੀ ਸੀ। ਪੰਡਤ ਹਰਦਿਆਲ ਜੀ ਨੇ ਸਭ ਕੁਝ ਦੇਖਿਆ ਜੋਤਿਸ਼ ਦੇ ਮੁਤਾਬਕ। ਹੁਣ ਅਸੀਂ ਜੋਤਿਸ਼ ਦੇ ਗੁਰਮਤ ਮੁਤਾਬਕ ਜੋਤਿਸ਼ ਦੇ ਅਸੀਂ ਵਿਰੁੱਧ ਚ, ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਕਿਉਂਕਿ ਬਾਬਾ ਮਹਿਤਾ ਕਲਿਆਣ ਦਾਸ ਜੀ ਤੇ ਉਸ ਵੇਲੇ ਪੰਡਤਾਂ ਨੂੰ ਮੰਨਦੇ ਸਨ। ਜੇ ਨਾ ਮੰਨਦੇ ਹੁੰਦੇ ਤੇ ਆਪਾਂ ਅੱਗੇ ਇਤਿਹਾਸ ਪੜਾਂਗੇ, ਫਿਰ ਪੰਡਤ ਹਰਦਿਆਲ ਨੂੰ ਕਿਉਂ ਸੱਦਣਾ ਸੀ ਜਨੇਊ ਪਾਉਣ ਦੇ ਲਈ, ਤੇ ਗੁਰਬਾਣੀ ਵਿੱਚ ਵੀ ਬਚਨ ਆਇਆ। ਖੰਡਨ ਗੁਰੂ ਨਾਨਕ ਨੇ, ਦੇਖੋ ਇੱਕ ਮੈਂ ਹੋਰ ਬੇਨਤੀ ਕਰਦਾ, ਗੁਰੂ ਨਾਨਕ ਨੇ ਧਰਮ ਦਾ ਖੰਡਨ ਨਹੀਂ ਕੀਤਾ। ਇਹ ਨਹੀਂ ਵੀ ਗੁਰੂ ਨਾਨਕ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਧਰਮ ਦਾ ਖੰਡਨ ਕਰਨਾ ਹੁੰਦਾ, ਧੋਤੀ ਬੋਦੀ ਜਨੇਊ ਤਿਲਕ ਦਾ ਖੰਡਨ ਕਿਉਂ ਕਰਦੇ? ਨਾ ਇਸਲਾਮ ਧਰਮ ਦਾ ਖੰਡਨ, ਨਾ ਹਿੰਦੂ ਧਰਮ ਦਾ ਖੰਡਨ, ਕਿਸੇ ਧਰਮ ਦਾ ਖੰਡਨ ਨਹੀਂ ਕੀਤਾ। ਪਰ ਧਰਮ ਦੇ ਪਹਿਰਾਵੇ ਦੇ ਵਿੱਚ ਜੋ ਲੋਕ ਬੁੱਧੂ ਬਣਾਉਂਦੇ ਸਨ ਲੋਕਾਂ ਨੂੰ, ਉਹਨਾਂ ਦਾ ਖੰਡਨ ਕੀਤਾ। ਜੋਤਿਸ਼ ਵਿਦਿਆ ਦੇ ਮੁਤਾਬਕ
ਪੰਡਤ ਹਰਦਿਆਲ ਨੇ ਸਭ ਕੁਝ ਦੇਖਿਆ, ਦੌਲਤਾਂ ਨੂੰ ਸੱਦਿਆ, ਦਾਈ ਨੂੰ ਪੁੱਛਿਆ। ਪੰਡਤ ਹਰਦਿਆਲ ਨੇ ਕਹਿਣ ਲੱਗਾ ਵੀ ਦੌਲਤਾਂ ਇੱਕ ਗੱਲ ਦੱਸ ਵੀ ਜਿਸ ਵੇਲੇ ਬਾਲਕ ਨੇ ਜਨਮ ਲਿਆ ਉਸ ਵੇਲੇ ਉਹਦੇ ਚਿਹਨ ਚਿੰਨ ਕਿਸ ਤਰ੍ਹਾਂ ਦੇ ਸਨ। ਦੌਲਤਾਂ ਨੇ ਆਪਣੇ ਮੁਖ ਤੋਂ ਇਹ ਗੱਲ ਕਹੀ, ਕਹਿਣ ਲੱਗੀ ਪੰਡਤ ਜੀ ਮੇਰੇ ਹੱਥੀਂ ਬੜੇ ਬਾਲਕਾਂ ਨੇ ਜਨਮ ਲਿਆ, ਕਿਉਂਕਿ ਦਾਈ ਦਾ ਕਿੱਤਾ, ਦਾਈ ਦਾ ਕਰਮ ਧਰਮ ਆ ਉਹਦਾ। ਮੇਰੇ ਹੱਥੋਂ ਬੜੇ ਬਾਲਕਾਂ ਨੇ ਜਨਮ ਲਿਆ, ਪਰ ਮੈਂ ਪਹਿਲਾ ਬਾਲਕ ਦੇਖਿਆ ਜਿਸ ਵੇਲੇ ਇਹ ਬੱਚੇ ਨੇ, ਇਸ ਬਾਲਕ ਨੇ ਜਾਣੀ ਗੁਰੂ ਨਾਨਕ ਨੇ ਜਨਮ ਲਿਆ, ਉਸ ਵੇਲੇ ਆਪਣੇ ਮੁਖ ਤੋਂ ਮੁਸਕਰਾਇਆ, ਮੁਖ ਤੋਂ ਹੱਸਿਆ। ਨਹੀਂ ਆਮ ਬੱਚਾ ਰੋਂਦਾ। ਪੰਡਤ ਹਰਦਿਆਲ ਕਹਿਣ ਲੱਗਾ ਜਾਂ ਤਾਂ ਚੱਕਰਵਰਤੀ ਕੋਈ ਵੱਡਾ ਰਾਜਾ, ਜਾਂ ਕੋਈ ਵੱਡਾ ਸਤਪੁਰਸ਼, ਜਾਂ ਕੋਈ ਬ੍ਰਹਮ ਗਿਆਨੀ, ਜਾਂ ਕੋਈ ਤਤ ਬੇਤਾ। ਚਿਹਨ ਚਿੰਨ ਸਾਰੇ ਦੇਖੇ ਜੋਤਿਸ਼ ਦੇ ਮੁਤਾਬਕ। ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ ਪੰਡਤ ਜੀ ਬੱਚੇ ਦਾ ਨਾਮ ਕੀ ਰੱਖਣਾ। ਕਲਿਆਣ ਦਾਸ ਕਹਿਣ ਲੱਗਾ, ਸਤਿਕਾਰਯੋਗ ਬਾਬਾ ਕਲਿਆਣ ਦਾਸ ਜੀ, ਪੰਡਤ ਜੀ ਬੱਚੇ ਦਾ ਨਾਮ ਆ। ਪੰਡਤ ਜੀ ਕਹਿਣ ਲੱਗੇ ਮੈਂ ਸੋਚ ਕੇ ਵਿਚਾਰ ਕੇ ਸਭ ਕੁਝ ਫਿਰ ਸ਼ਾਮ ਤਾਈਂ ਦੱਸਾਂਗਾ। ਸ਼ਾਮ ਤਾਈਂ ਜਿਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਬਾਬਾ ਕਲਿਆਣ ਦਾਸ ਜੀ ਦੇ ਕੋਲੇ ਪੰਡਤ ਹਰਦਿਆਲ ਆਇਆ। ਉਹ ਕਹਿਣ ਲੱਗਾ ਇਹਨਾਂ ਦਾ ਨਾਮ ਰੱਖੋ ਨਾਨਕ। ਪੰਡਤ ਹਰਦਿਆਲ ਨੇ ਨਾਮ ਰੱਖਿਆ ਸੀ। ਸਤਿਕਾਰਯੋਗ ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਇਹ ਤਾਂ ਰਲਮਾ ਮਿਲਮਾ ਜਿਹਾ ਨਾਮ ਆ। ਪੰਡਤ ਹੱਸਿਆ, ਕਹਿਣ ਲੱਗਾ ਕਿੱਦਾਂ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਮਹਿਤਾ ਜੀ? ਇਹ ਤਾਂ ਰਲਮਾ ਮਿਲਮਾ ਜਿਹਾ ਨਾਮ ਆ ਹਿੰਦੂਆਂ ਤੇ ਮੁਸਲਮਾਨਾਂ ਦਾ, ਕੋਈ ਹੋਰ ਨਾਮ ਨਹੀਂ। ਪੰਡਤ ਹਰਦਿਆਲ ਕਹਿਣ ਲੱਗਾ ਇਹ ਰਲਮਾ ਮਿਲਮਾ ਨਾਮ ਨਹੀਂ, ਮੈਂ ਨਾਨਕ ਇਸ ਕਰਕੇ ਰੱਖਿਆ ਕਿ ਇਹ ਹਿੰਦੂਆਂ ਦਾ ਵੀ ਰੱਖਿਆ ਕਰੇਗਾ ਤੇ ਮੁਸਲਮਾਨਾਂ ਦੀ ਵੀ ਰੱਖਿਆ, ਜਾਣੀ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਸਾਂਝਾ ਗੁਰੂ ਹੋਵੇਗਾ। ਜੋ ਲਕਾਈ ਦੇ ਵਿੱਚ ਅੱਜ ਇਹ ਭਿੜ ਭਿੜ ਕੇ ਮਰਦੇ ਆ ਹਿੰਦੂ ਮੁਸਲਮਾਨ, ਸਾਡਾ ਧਰਮ ਵੱਡਾ, ਸਾਡਾ ਧਰਮ ਵੱਡਾ, ਇਹਨਾਂ ਲੋਕਾਂ ਨੂੰ ਉਪਦੇਸ਼ ਦੇਣ ਦੇ ਲਈ, ਲੋਕਾਂ ਦਾ ਉਧਾਰ ਕਰਨ ਦੇ ਲਈ ਹਿੰਦੂਆਂ ਦਾ ਵੀ ਪ੍ਰੇ ਪਿਆਰਾ ਹੋਵੇਗਾ ਗੁਰੂ ਨਾਨਕ, ਮੁਸਲਮਾਨਾਂ ਦਾ ਵੀ ਪ੍ਰੇ ਪਿਆਰਾ ਹੋਵੇਗਾ ਗੁਰੂ ਨਾਨਕ। ਤੇ ਮੈਂ ਕਵੀ ਸੰਤੋਖ ਸਿੰਘ ਦਾ ਇਤਿਹਾਸ ਪੜ੍ਹਿਆ, ਨਾਨਕ ਦੇ ਅਰਥ ਬੜੇ ਪਿਆਰੇ ਆ। ਨਾਨਕ ਸ਼ਬਦ ਦੇ ਨਾਨਕ ਨੰਨੇ ਨੂੰ ਕੰਨਾ, ਨੰਨਾ ਕੱਕਾ। ਸਮਝ ਲਿਓ ਥੋੜਾ ਜਿਹਾ, ਕੋਈ ਏਡੀ ਮਹਿੰਗੀ ਗੱਲ ਨਹੀਂ, ਜਾਨੀ ਕੋਈ ਔਖਾ ਬਚਨ ਨਹੀਂਗਾ। ਨੰਨੇ ਨੂੰ ਕੰਨਾ, ਨੰਨਾ ਕੱਕਾ। ਜਿਹੜਾ ਨੰਨਾ ਨਾ, ਨੰਨਾ ਪਹਿਲਾਂ ਇਹਨੂੰ ਵੱਖ ਕਰ ਲਵੋ। ਜਿਹੜਾ ਨੰਨੇ ਨੂੰ ਕੰਨਾ ਲੱਗਿਆ ਉਹਦਾ ਐੜਾ ਬਣਾ ਲਵੋ, ਕਿਉਂਕਿ ਜਿਹੜਾ ਕੰਨਾ ਹੁੰਦਾ ਨਾ, ਜਦੋਂ ਆਪਾਂ ਸੰਸਕ੍ਰਿਤ ਭਾਸ਼ਾ ਪੜਾਂਗੇ, ਸੰਸਕ੍ਰਿਤ ਭਾਸ਼ਾ ਦੇ ਵਿੱਚ ਜਿਵੇਂ ਨੱਕ, ਅੱਕ, ਦੋ ਅੱਖਰਾਂ ਦੇ ਵਿੱਚੋਂ ਵੀ ਐੜਾ ਵੀ ਨਿਕਲ ਜਾਂਦਾ, ਕਈ ਥਾਵਾਂ ਤੇ ਊੜਾ ਵੀ। ਹੁਣ ਔਂਕੜ ਊੜੇ ਦੀ ਆਵਾਜ਼ ਦਿੰਦਾ, ਦਲੰਕੜ ਵੀ ਊੜੇ ਦੀ ਆਵਾਜ਼ ਦਿੰਦਾ, ਹੋੜਾ ਊੜੇ ਦੇ ਮੂੰਹ ਦੀ ਖੁੱਲੀ ਆਵਾਜ਼ ਦਿੰਦਾ, ਟਿੱਪੀ ਮੰਮੇ ਦੀ ਆਵਾਜ਼ ਦਿੰਦੀ ਹੈ, ਟਿੱਪੀ ਨੰਨੇ ਦੀ ਆਵਾਜ਼ ਵੀ ਦਿੰਦੀ ਹੈ। ਇਹਨੂੰ ਕਹਿੰਦੇ ਸਿੰਧੀ ਛੇਦ। ਇਉਂ ਆਪਾਂ ਕਰ ਸਕਦੇ ਹਾਂ। ਅਰਥ ਫੇਰ ਹੀ ਹੁੰਦੇ ਅਸਲ ਦੇ ਵਿੱਚ। ਪਹਿਲਾ ਨੰਨਾ ਉਹਨੂੰ ਵੱਖ ਕਰ ਲਵੋ, ਦੂਸਰਾ ਜਿਹੜਾ ਕੰਨਾ ਉਹਦਾ ਐੜਾ, ਉਹਨੂੰ ਅਗਲੇ ਨੰਨੇ ਨਾਲ ਲਾ ਲਵੋ। ਨੰਨਾ ਪਲੱਸ ਅਗਲਾ ਨੰਨਾ, ਉਹਦੇ ਨਾਲ ਐੜਾ ਲੱਗ ਗਿਆ ਅੰਨ, ਤੇ ਰਹਿ ਗਿਆ ਕੱਕਾ ਅੱਗੇ ਕੱਲਾ। ਨੰਨੇ ਤੇ ਕੱਕੇ ਦੇ ਵਿੱਚੋਂ ਐੜੇ ਦੀ ਆਵਾਜ਼ ਨਿਕਲਦੀ, ਜਾਨੀ ਨੱਕ, ਨੱਕ, ਇਹ ਐੜੇ ਦੀ ਆਵਾਜ਼ ਆ। ਨੰਨੇ ਤੇ ਕੱਕੇ ਦੇ ਵਿੱਚੋਂ ਇੱਕ ਐੜਾ ਹੋਰ ਕੱਢ ਲਓ, ਉਹ ਬਣ ਗਿਆ ਅੱਕ, ਜਾਨੀ ਨ ਅੰਨ ਅੱਕ। ਨ ਪਲੱਸ ਅੰਨ ਪਲੱਸ ਅੱਕ। ਅੱਕ ਕਹਿੰਦੇ ਆ ਦੁੱਖ ਨੂੰ, ਅੰਨ ਕਹਿੰਦੇ ਆ ਰਹਿਤ, ਨਾ ਕਹਿੰਦੇ ਆ ਵੀ ਵਿਸ਼ੇਸ਼ ਕਰਕੇ, ਜਿਹਨੂੰ ਕਹਿੰਦੇ ਨਿਸ਼ਚੈ ਪੂਰਵਕ। ਜਿਹੜੇ ਗੁਰੂ ਨਾਨਕ ਆ, ਅੱਕ ਦੁੱਖ ਤੋਂ ਰਹਿਤ ਹੈ, ਅੰਨ ਹੋਰ ਤਰ੍ਹਾਂ ਦੇ ਜਿੰਨੇ ਦੁੱਖ ਆ
ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨਾ ਕਹਿੰਦੇ ਆ ਰਹਿਤ ਦੁੱਖ ਨਹੀਂ ਲੱਗ ਸਕਦਾ ਵਿਸ਼ੇਸ਼ ਕਰਕੇ। ਤੇ ਜਿਹੜਾ ਗੁਰੂ ਨਾਨਕ ਨੂੰ ਮੰਨੇਗਾ, ਗੁਰੂ ਨਾਨਕ ਦਾ ਪੁਜਾਰੀ ਹੋਵੇਗਾ, ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨੇਗਾ, ਉਹ ਵੀ ਅੱਕ ਦੁੱਖ ਅੰਨ ਰਹਿਤ ਨਾ ਵਿਸ਼ੇਸ਼ ਕਰਕੇ ਦੁੱਖ ਤੋਂ ਰਹਿਤ ਹੋ ਜਾਵੇਗਾ। ਇਹ ਨਾਨਕ ਦੇ ਅਰਥ ਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਦੇ ਵਿੱਚ ਬੜੇ ਪਿਆਰੇ ਲਿਖੇ ਆ। ਨਾਨਕ ਨਾਮ ਰੱਖਿਆ ਪੰਡਤ ਹਰਦਿਆਲ ਜੀ ਬੜੇ ਖੁਸ਼ ਹੋਏ। ਬਾਲਾ ਪ੍ਰੀਤਮ ਗੁਰੂ ਨਾਨਕ ਦੇ ਮਹਾਰਾਜ ਮਾਤਾ ਦੀ ਗੋਦ ਦਾ ਨਿੱਘ ਮਾਨਣ ਲੱਗੇ। ਸਮੇਂ ਨੇ ਆਪਣਾ ਕਦੇ ਸਮਾਂ ਬਦਲਿਆ ਨਹੀਂ, ਸਮੇਂ ਨੂੰ ਰੁੱਖ ਨਹੀਂ ਬਦਲੇ। ਕਦੇ ਸਮਾਂ ਕਰਵਟ ਵਿੱਚ ਹਾਂ ਹੁੰਦਾ ਜ਼ਰੂਰ ਆ, ਪਰ ਇਹ ਨਹੀਂ ਵੀ ਸਮਾਂ ਰੁਕ ਜਾਵੇ। ਸਮੇਂ ਨੇ ਆਪਣਾ ਕਰਵਟ ਦਿਖਾਇਆ, ਸਮੇਂ ਮੁਤਾਬਕ ਸਮਾਂ ਲੰਘਦਾ ਗਿਆ। ਗੁਰੂ ਨਾਨਕ ਦੇ ਮਹਾਰਾਜ ਦਿਨ ਪੇ ਦਿਨ, ਦਿਨ ਪੇ ਦਿਨ, ਦਿਨ ਪੇ ਦਿਨ ਆਜੂ ਕਰਕੇ ਉਮਰ ਕਰਕੇ ਵੱਡੇ ਹੁੰਦੇ ਗਏ। ਬਚਪਨ ਦੇ ਵਿੱਚ ਜਿਸ ਵੇਲੇ 5 ਸਾਲ ਦੀ ਉਮਰ ਹੋਈ ਗੁਰੂ ਨਾਨਕ ਦੇਵ ਮਹਾਰਾਜ ਦੀ, 5 ਸਾਲ ਦੀ, ਤੇ 5 ਸਾਲ ਦੀ ਉਮਰ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ, ਬੜੇ ਸੋਹਣੇ ਮਹਾਰਾਜ ਕਰਤੱਵ ਕਰਨ ਲੱਗ ਪਏ। ਸਾਥੀਆਂ ਨਾਲ ਖੇਡਣ ਜਾਣਾ। ਇੱਕ ਦਿਨ ਕੀ ਹੋਇਆ, ਮਾਤਾ ਦਾ ਸਿਉਣੇ ਦਾ ਗਹਿਣਾ ਚੁੱਕ ਕੇ ਲੈ ਗਏ। ਇੱਕ ਦਿਨ ਕੋਈ ਭਾਂਡਾ ਲੈ ਗਏ, ਤੇ ਭਾਂਡਾ ਲੈ ਕੇ ਜਦੋਂ ਬਾਹਰ ਗਏ ਤੇ ਗਰੀਬ ਗੁਰਬਾ ਦੇਖਿਆ, ਉਹਨੂੰ ਕਹਿੰਦੇ ਲੈ ਚੱਕ ਮਿੱਤਰਾ, ਕਿਉਂਕਿ ਗੁਰੂ ਨਾਨਕ ਹੀ ਆਏ ਇਸੇ ਕਰਕੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦਾ ਟੋਟ ਨਾ ਆਵੇ ਅਗੰਤ ਭਰੇ ਭੰਡਾਰ। ਭੰਡਾਰ ਭਰੇ ਵੇ ਉਹਦੇ, ਲੈ ਤੂੰ ਸਾਂਭ। ਘਰ ਆਏ, ਮਾਤਾ ਨੇ ਪੁੱਛਿਆ ਪੁੱਤ ਭਾਂਡਾ ਕਿੱਥੇ ਆ? ਗੁਰੂ ਨਾਨਕ ਦੇ ਮਰ 5 ਸਾਲ ਦੀ ਉਮਰ, ਚੁੱਪ ਹੋ ਗਏ। ਕੀ ਦੱਸਣ ਵੀ ਭਾਂਡਾ ਸੀ ਉੱਥੇ। ਪੁੱਤਰਾ ਭਾਂਡਾ ਕਿੱਥੇ? ਨਾ ਕੁਝ ਬੋਲੇ ਹੀ ਨਹੀਂ। ਪੁੱਤਰਾ ਤੂੰ ਮੇਰੇ ਸਾਹਮਣੇ ਚੁੱਕ ਕੇ ਲੱਗਿਆ, ਕੁਛ ਨਹੀਂ ਬੋਲੇ। ਚੱਲ ਅੱਗੇ ਵਾਸਤੇ ਤੂੰ ਹੁਣ ਭਾਂਡਾ ਚੁੱਕ ਕੇ ਲਗਿਆ ਸੀ ਘਰੋਂ, ਅੱਗੇ ਵਾਸਤੇ ਬੇਟਾ ਇਦਾਂ ਦੀ ਗੱਲ ਨਹੀਂ ਕਰਨੀਗੀ। ਤੇ ਯਾਦ ਰੱਖਿਓ, ਅਸੀਂ ਗ੍ਰਹਿ ਵੱਲ ਖਿੱਚਦੇ ਆਂ, ਘਰ ਵੱਲ ਖਿੱਚਦੇ ਆਂ, ਮੇਰਾ ਕਰਕੇ ਮੇਰੇ ਘਰੇ ਆ ਜਾਵੇ, ਮੇਰੇ ਘਰੇ ਵਾ ਜਾਵੇ। ਤੇ ਗੁਰੂ ਨਾਨਕ ਨੇ ਬਚਪਨ ਤੋਂ ਹੀ 13 ਕਰਕੇ ਤੋਲਣੀ ਸ਼ੁਰੂ ਕਰ ਦਿੱਤੀ ਸੀਗੀ। ਇਹਦਾ ਮਤਲਬ ਇਹ ਨਹੀਂ ਗੁਰੂ ਨਾਨਕ ਨੇ ਗ੍ਰਹਿ ਨੂੰ ਉਜਾੜਿਆ। ਉਹ ਦੁਨੀਆ ਤੱਕ ਉਪਦੇਸ਼ ਸੀਗਾ, ਲੋਕਾਈ ਤੱਕ ਉਪਦੇਸ਼ ਸੀ ਵੀ ਮੇਰੀ ਛੱਡ ਦੇ, 13 ਕਰੀ ਚੱਲ, ਸਭ ਕੁਝ ਉਸੇ ਦਾ ਹੀ ਆ। ਉਦਾਰ ਚਿੱਤ ਹੋਵੇ, ਖੁੱਲਾ ਚਿੱਤ ਹੋਵੇ, ਦਰਿਆ ਦੀ ਨਿਆਈ, ਸਮੁੰਦਰ ਦੀ ਨਿਆਈ, ਸਾਗਰ ਦੀ ਨਿਆਈ ਚਿੱਤ ਹੋਵੇ। ਵੰਡਣ ਵਾਲੀ ਵਰਤੀ ਰੱਖ, ਵੰਡਣ ਵਾਲੀ ਵਰਤੀ ਦੇ ਵਿੱਚ ਆ ਕੇ ਗੁਰੂ ਨਾਨਕ ਨੇ ਬਚਪਨ ਤੋਂ ਜੋ ਕੰਮ ਕਰਨਾ ਸੀ ਉਹ ਸ਼ੁਰੂ ਕਰ ਦਿੱਤਾ। ਭਾਂਡੇ ਚੁੱਕਣੇ ਬਾਹਰ ਗਰੀਬ ਗੁਰਬੇ ਨੂੰ ਦੇ ਆਉਣੇ, ਲੋੜਵੰਦ ਨੂੰ ਦੇ ਆਉਣੇ। ਇੱਕ ਦਿਨ ਗਹਿਣਾ ਚੁੱਕ ਕੇ ਲੈ ਗਏ ਤੇ ਉਹ ਵੀ ਦੇ ਆਂਦਾ। ਜਦੋਂ ਘਰ ਆਏ, ਮਾਤਾ ਜੀ ਨੇ ਪੁੱਛਿਆ, ਬੇਬੇ ਨਾਨਕੀ ਨੇ ਵੀਰ ਜੀ ਗਹਿਣੇ? ਮਾਤਾ ਜੀ ਕਹਿਣ ਲੱਗੇ, ਕਿਉਂਕਿ ਪਿਆਰੇ ਬੜੇ ਲੱਗਦੇ ਸੀ ਗੁਰੂ ਨਾਨਕ। ਬੱਚਾ ਤੇ ਵੈਸੇ ਹੀ ਆਪਾਂ ਨੂੰ ਪਤਾ ਪਿਆਰਾ ਲੱਗਦਾ, ਪਰ ਗੁਰੂ ਨਾਨਕ ਬ੍ਰਹਮ ਸਰੂਪ ਸੀ, ਅਕਾਲ ਸਰੂਪ ਸੀ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਸ ਬੀਤੀ ਜਾਣੀ ਗਲੀ ਦੇ ਵਿੱਚ ਜਿੱਧਰ ਦੇ ਗੁਰੂ ਨਾਨਕ ਜਾਂਦੇ ਸਨ, ਤੇ ਨਗਰ ਦਾ ਬੱਚਾ ਕੀ, ਬੱਚੇ ਤਾਂ ਵੈਸੇ ਹੀ ਖੜਾ ਨਹੀਂ ਛੱਡਦੇ ਸੀ। ਬੱਚਿਆਂ ਲਈ ਤੇ ਗੁਰੂ ਨਾਨਕ ਨਿਰੰਕਾਰ ਸਰੂਪ। ਬੱਚਿਆਂ ਨੇ ਰਾਤ ਦੇ ਜਾਨੀ ਰਾਤ ਤਾਈਂ ਵੀ ਬੈਠੇ ਰਹਿਣਾ ਗੁਰੂ ਨਾਨਕ ਕੋਲੇ। ਵੱਡੇ ਤੋਂ ਲੈ ਕੇ ਛੋਟੇ ਤੱਕ ਜਦੋਂ ਗਲੀਆਂ ਵਿੱਚ ਲੰਘਣਾ, ਗੁਰੂ ਨਾਨਕ ਨੇ ਹਰੇਕ ਦਾ ਹੁਣ ਨਿਰੰਕਾਰ ਸਰੂਪ ਸੀ। ਮਨ ਕਰੇ ਵੀ ਮੈਂ ਚੁੱਕ ਲਵਾਂ, ਮਨ ਕਰੇ ਮੈਂ ਚੁੱਕ ਲਵਾਂ। ਨਗਰੀ ਦੇ ਪ੍ਰੇ ਹੋ ਗਏ, ਨਗਰੀ ਦੇ ਪਿਆਰੇ ਹੋ ਗਏ। ਕਸ਼ਿਸ਼ ਖਿੱਚ ਗੁਰੂ ਨਾਨਕ ਵੱਲ ਕੁਝ ਅਨੋਖੀ ਜੀ, ਨਿਰੰਕਾਰ ਸਰੂਪ ਸੀ। ਬਾਲਾ ਪ੍ਰੀਤਮ ਬਾਲ ਕ੍ਰੀੜਾ ਕਰਦੇ, ਤੇ ਜਿਸ ਵੇਲੇ ਗਹਿਣਾ ਸੁੱਟ ਕੇ ਆਏ ਨਾ, ਮਾਂ ਨੇ ਪੁੱਛਿਆ, ਕਹਿਣ ਲੱਗੇ ਪੁੱਤ ਦੱਸ ਗਹਿਣਾ ਕਿੱਥੇ ਆ? ਗੁਰੂ ਨਾਨਕ ਚੁੱਪ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪੁੱਤਰਾ ਤੈਨੂੰ ਨਹੀਂ ਪਤਾ ਵੀ ਗਹਿਣੇ ਦਾ ਮੁੱਲ ਕੀ ਹੈ। ਗਹਿਣੇ ਦਾ ਇਹ ਬੜੀ ਮਹਿੰਗੀ ਚੀਜ਼ ਆ ਸਿਉਣਾ, ਪਰ ਮਾਂ ਨੂੰ ਕੌਣ ਕਵੇ ਕਿ ਗੁਰੂ ਨਾਨਕ ਦੀ ਨਜ਼ਰ ਵਿੱਚ ਸ੍ਰਿਸ਼ਟੀ ਇਹ ਸਭ ਮਾਇਆ, ਇਹ ਝੂਠੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜਾ ਨੇ ਉਹ ਲੱਗਾ ਵਿਸਰਿਆ ਕਰਤਾ। ਪੁੱਤਰਾ ਇਹ ਮਾਇਆ ਕਿੱਥੇ ਸੁੱਟ ਕੇ ਆਇਆ? ਨਹੀਂ ਬੋਲੇ ਕੁਛ।
ਮੈਂ ਤੇਰੇ ਚਪੇੜ ਮਾਰਾਂਗੀ, ਜਿਵੇਂ ਲਾੜ ਦੇ ਨਾਲ ਮਾਂ ਕਹਿੰਦੀ, ਮੈਂ ਤੈਨੂੰ ਕੁੱਟਾਂਗੀ, ਮੈਂ ਤੈਨੂੰ ਘੂਰਾਂਗੀ, ਮੈਂ ਤੈਨੂੰ ਮਾਰਾਂਗੀ। ਤੂੰ ਸ਼ਰਾਰਤੀ ਬਣ ਗਿਆ, ਹੁਣ ਤੂੰ ਘਰੇ ਕੋਈ ਚੀਜ਼, ਕੁਛ ਨਹੀਂ ਬੋਲੇ, ਕੁਛ ਨਹੀਂ। ਮਾਤਾ ਨੇ ਘੂਰੀ ਵੱਟੀ, ਅੱਖਾਂ ਚ ਦੋ ਨੇਤਰਾਂ ਦੇ ਵਿੱਚੋਂ ਹੁਣ ਹੰਝੂ, ਤੇ ਮਹਾਰਾਜ ਨੇ ਕੀ ਸੁੱਟਨੇ, ਤੇ ਮਹਾਰਾਜ ਦੀ ਮਾਇਆ ਸੀਗੀ, ਮਹਾਰਾਜ ਦੀ ਮਾਇਆ ਸੀ ਤੇ ਨਿਰੰਕਾਰ ਸਰੂਪ ਸੀ। ਦੋ ਕ ਹੰਝੂ ਸੁੱਟੇ ਨਾ ਜਿਸ ਵੇਲੇ, ਘੁੱਟ ਕੇ ਛਾਤੀ ਨਾਲ ਲਾ ਲਿਆ ਮਾਂ ਨੇ, ਪੁੱਤਰਾ ਮੇਰਾ ਮਨ ਨਹੀਂ ਕਰਦਾ। ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਨੂੰ ਪਤਾ ਲੱਗਿਆ, ਉਹ ਕਹਿਣ ਲੱਗੇ ਵੀ ਮੈਂ ਇਹਨੂੰ ਹੁਣ ਸਕੂਲੇ ਪੜ੍ਹਨੇ ਪਾਵਾਂਗਾ। 5 ਸਾਲ ਦਾ ਹੋ ਗਿਆ, ਘਰ ਦੇ ਵਿੱਚ ਰਹਿ ਕੇ ਇਹ ਹੁਣ ਸ਼ਰਾਰਤਾਂ ਕਰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਸਕੂਲੇ ਪੜ੍ਹਨੇ ਪਾਵਾਂਗਾ। ਗੁਰੂ ਨਾਨਕ ਨੂੰ ਕਿਸ ਤਰ੍ਹਾਂ ਪੰਡਤ ਕੋਲੇ ਪੜ੍ਹਨ ਦੇ ਲਈ ਬਿਠਾਉਣ ਜਾਣਾ, ਜਿਹੜਾ ਅਗਲਾ ਇਤਿਹਾਸ ਆ ਲੜੀਵਾਰ ਆਪਾਂ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ, ਸਾਰਾ ਇਤਿਹਾਸ ਆਪ ਰਹਿਮਤ ਕਰਕੇ, ਆਪ ਬਖਸ਼ਿਸ਼ ਕਰਕੇ ਮਹਾਰਾਜ ਕਰਵਾ ਲੈਣ। ਉਹ ਇਤਿਹਾਸ ਆਪ ਸੰਗਤਾਂ ਨਾਲ ਅੱਗੇ ਸਾਂਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।